ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਨਾਸ਼ਕ। ਸ਼੍ਰੀ ਹਰਿਗੋਬਿੰਦ ਸੁਮਤ ਪਰਗਾਸਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਨਾਸ਼ਨ ਸੋਏ। ਦੋਹਰਾ ਖਾਨ ਪਾਨ ਕਰ ਰਾਤ ਕੋ ਫਿਰ ਪਿਰੰਤ ਪਰ ਸੋਏ। ਉਤਰੇ ਤਰੇ ਸੋ ਦੁਰਗ ਕੇ ਉਤੇ ਵਪਾਰੀ ਕੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਜਦੋਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਮਦਮਾ ਸਾਹਿਬ ਤਲਵੰਡੀ ਤੋਂ ਚੱਲ ਕੇ ਬਠਿੰਡੇ ਆਉਂਦੇ ਹਨ ਔਰ ਬਠਿੰਡੇ ਵਿੱਚ ਹਾਜੀ ਰਤਨ ਫਕੀਰ ਦਾ ਉਧਾਰ ਕਰਦੇ ਆ। ਫਿਰ ਇਸ ਕਿਲ੍ਹੇ ਵਿੱਚ ਆਉਂਦੇ ਹਨ ਔਰ ਨਗਰ ਨਿਵਾਸੀਆਂ ਦੀ ਬੇਨਤੀ ਕਰਨ 'ਤੇ ਕਿ ਮਹਾਰਾਜ ਇੱਥੇ ਕੋਈ ਦਿਓ ਰਹਿੰਦਾ ਜਿਹੜਾ ਸਾਡਾ ਨੁਕਸਾਨ ਬਹੁਤ ਕਰਦਾ, ਅਤੇ ਪਾਤਸ਼ਾਹ ਜੀ ਉਸ ਨੂੰ ਕੱਢਣ ਦੇ ਲਈ ਇੱਥੋਂ ਇੱਕ ਜਿਹੜਾ ਹੈ ਨੱਤ ਬੰਗੇਰਾਂ ਤੋਂ ਇੱਕ ਝੋਟਾ ਮੰਗਾਉਂਦੇ ਆ, ਜਿਸ ਦੀ ਇੱਥੇ ਬਲੀ ਦੇ ਕਰਕੇ ਉਸ ਨੂੰ ਝਟਕਾ ਕਰਕੇ ਉਸ ਦਿਓ ਨੂੰ ਬਾਹਰ ਕੱਢਿਆ ਅਤੇ ਫਿਰ ਉਸ ਨੂੰ ਇੱਥੋਂ ਜਾਣ ਲਈ ਹੁਕਮ ਦਿੱਤਾ। ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੇ ਰੁਕੇ ਔਰ ਰਾਤ ਕਹਿੰਦੀ ਇੱਥੇ ਕੱਟੀ। ਅਤੇ ਸਤਿਗੁਰਾਂ ਨੇ ਰਾਤ ਨੂੰ ਇੱਥੇ ਕੁਝ ਕਿਲ੍ਹੇ ਦੇ ਮੂਹਰਲੇ ਪਾਸੇ ਰਸਤਾ ਜਾਂਦਾ ਸੀ ਦਿੱਲੀ ਲਾਹੌਰ ਦਾ। ਇਸੇ ਤਰ੍ਹਾਂ ਹੀ ਇਸ ਰਸਤੇ ਦੇ ਉੱਤੇ ਗੁਰੂ ਪਿਆਰਿਓ ਆਉਣ ਜਾਣ ਵਾਲੇ ਵਪਾਰੀ ਰੁਕ ਜਾਂਦੇ ਸਨ ਅਤੇ ਇੱਥੇ ਵਪਾਰੀ ਰੁਕੇ ਹੋਏ ਸੀਗੇ। ਅਤੇ ਉਹਨਾਂ ਵਪਾਰੀਆਂ ਨੇ ਰਾਤ ਨੂੰ ਮਨੋਰੰਜਨ ਕਰਦਿਆਂ ਹੋਇਆਂ ਅਨੇਕਾਂ ਤਰ੍ਹਾਂ ਦੀਆਂ ਕਲੀਆਂ ਪੁਰਾਣੇ ਚਿੱਠੇ ਗਾਉਣੇ। ਅਤੇ ਅੱਜ ਰਾਤ ਨੂੰ ਸਤਿਗੁਰਾਂ ਨੇ ਉਹਨਾਂ ਦੇ ਕੋਲੋਂ ਕੁਝ ਸੁਣਿਆ। ਉਹ ਸੱਸੀ ਪੁੰਨੂ ਦੀ ਗਾਥਾ ਜਿਹੜੇ ਆ ਗਾ ਰਹੇ ਸੀ, ਇਕੱਠੇ ਬੈਠ ਕੇ ਆਪਦਾ ਰਾਤ ਲੰਘਾ ਰਹੇ ਸੀ ਨਾਲੇ। ਅਤੇ ਸਤਿਗੁਰਾਂ ਦੇ ਕੰਨ ਵਿੱਚ ਉਹਨਾਂ ਦੀ ਵਲੇਲ ਪਈ, ਉਹਨਾਂ ਦੀ ਆਵਾਜ਼ ਪਈ ਅਤੇ ਤੜਕੇ ਸਤਿਗੁਰਾਂ ਨੇ ਉਹਨਾਂ ਨੂੰ ਆਪਣੇ ਕੋਲ ਸੱਦਿਆ। ਅਤੇ ਸਤਿਗੁਰੂ ਉਹਨਾਂ ਨੂੰ ਕਹਿੰਦੇ ਲਓ ਵੀ ਦੁਬਾਰਾ ਸਾਨੂੰ ਸੁਣਾਓ ਰਾਤ ਕੀ ਗਾਉਂਦੇ ਸੀ। ਫਿਰ ਦੇਖਦੇ ਹਾਂ ਉਹ ਸੁਣਾਉਂਦੇ ਆ ਕਿ ਨਹੀਂ। ਇਹ ਵਿਚਾਰਾਂ ਅੱਜ ਆਪਾਂ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਖਾਨ ਪਾਨ ਕਰ ਰਾਤ ਕੋ ਸਿਰ ਪ੍ਰੰਕ ਪਰ ਸੋਏ। ਤੋ
ਜਿਹੜਾ ਸੀਗਾ ਦੈਂਤ ਇੱਥੇ, ਉਸ ਨੂੰ ਇੱਥੋਂ ਪਾਤਸ਼ਾਹ ਜੀ ਨੇ ਭੇਜ ਦਿੱਤਾ ਹੈ। ਫਿਰ ਸ਼ਾਮਾਂ ਦਾ ਲੰਗਰ ਜਿਹੜਾ ਸਿੱਖ ਸੰਗਤਾਂ ਨੇ ਇੱਥੇ ਤਿਆਰ ਕੀਤਾ, ਸਭ ਨੇ ਛਕਿਆ ਤੇ ਪਾਤਸ਼ਾਹ ਆਰਾਮ ਕਰਨ ਲੱਗੇ ਜੀ। ਉਤਰੇ ਤਰੇ ਸੋ ਦੁਰਗ ਕੇ ਹੁਤੋ ਵਪਾਰੀ ਕੋਏ। ਔਰ ਇਸ ਕਿਲੇ ਦੇ ਹੇਠਾਂ ਭਾਵ ਮੂਹਰਲੇ ਪਾਸੇ ਰਸਤੇ ਤੇ ਕੁਝ ਵਪਾਰੀ ਰੁਕੇ ਹੋਏ ਸਨ, ਜੋ ਦਿੱਲੀ ਲਾਹੌਰ ਨੂੰ ਜਾਇਆ ਕਰਦੇ ਸਨ। ਚੌਪਾਈ ਤਿਨ ਸੱਸੀ ਪੁੰਨੋ ਕੋ ਗਾਇਓ, ਬਾਰ ਬਾਰ ਕਰ ਰਾਗ ਬਸਾਇਓ। ਔਰ ਉਹਨਾਂ ਨੇ ਗੁਰੂ ਪਿਆਰਿਓ ਆਪਣਾ ਮਨੋਰੰਜਨ ਕਰਦਿਆਂ ਹੋਇਆਂ ਤੇ ਰਾਤ ਕੱਟਣ ਦੇ ਲਈ ਬਾਹਰ ਹੀ ਉਹਨਾਂ ਨੇ ਰੁਕਣਾ ਕੀਤਾ। ਆਪਣੇ ਗੱਡਿਆਂ ਤੇ ਸਮਾਨ ਲੱਦਿਆ ਹੋਇਆ, ਗੱਡਿਆਂ ਦੀ ਰਾਖੀ ਵੀ ਕਰਨੀ ਹੈ ਨੀਂਦ ਆਉਣ ਤੋਂ, ਇਸ ਕਰਕੇ ਉਹਨਾਂ ਨੇ ਰਾਤ ਨੂੰ ਫਿਰ ਕੁਝ ਗਾਉਣਾ ਸ਼ੁਰੂ ਕੀਤਾ ਤੇ ਉਹਨਾਂ ਨੇ ਸੱਸੀ ਪੁੰਨੂ ਦੀ ਗਾਥਾ ਗਾਈ ਹੈ। ਰਾਤ ਬਿਖੀ ਰਸ ਕੋ ਬਹੁਕੀਨਾ, ਥਿਰ ਪਿਰੰਕ ਸੁਨ ਗੁਰੂ ਪਰਬੀਨਾ। ਔਰ ਗੁਰੂ ਪਿਆਰਿਓ, ਜਦੋਂ ਇਹਨਾਂ ਨੇ ਰਾਤ ਨੂੰ ਗਾਇਆ ਤੇ ਸਤਿਗੁਰਾਂ ਦੇ ਕੰਨ ਵਿੱਚ ਵੀ ਇਹਨਾਂ ਦੀ ਆਵਾਜ਼ ਗਈ ਹੈ। ਚਰੰਕਾਰ ਲਗਾਵਤ ਰਹਿਓ, ਸਭਨ ਸੁਨਿ ਆਛੀ ਮਨ ਲਹਿਓ। ਔਰ ਕੁਝ ਗਾਉਣ ਲੱਗੇ ਤੇ ਬਾਕੀ ਸੁਣਨ ਲੱਗੇ, ਤੇ ਗੁਰੂ ਕੇ ਸਿੰਘਾਂ ਨੇ ਵੀ ਉਹ ਸੁਣਿਆ ਤੇ ਗੁਰੂ ਦੇ ਕੰਨ ਵਿੱਚ ਵੀ ਉਹ ਆਵਾਜ਼ ਜਦੋਂ ਪਈ ਚੰਗੀ ਤਰ੍ਹਾਂ। ਸੁਪਤ ਜਥਾ ਸੁਖ ਰਾਤ ਬਿਤਾਈ, ਜਾਗੇ ਪ੍ਰਭੂ ਪ੍ਰਾਤ ਹੋਇ ਆਈ। ਔਰ ਫਿਰ ਸੌਂ ਗਏ, ਦਿਨ ਚੜ੍ਹਿਆ, ਆਰਾਮ ਕਰਕੇ ਸਤਿਗੁਰੂ ਉੱਠੇ ਹਨ। ਸੋਚ ਸਨਾਨ ਦੀਵਾਨ ਜਗਾਇਓ, ਬੂਝਿਓ ਗੁਰੂ ਰਾਤ ਕਿਨ ਗਾਇਓ। ਔਰ ਇਸ਼ਨਾਨ ਆਦਿ ਕਰਕੇ ਸਤਿਗੁਰਾਂ ਨੇ ਦੂਸਰੇ ਦਿਨ ਤੜਕੇ ਇੱਥੇ ਦੀਵਾਨ ਸਜਾਇਆ। ਦੀਵਾਨ ਸਜਾ ਕਰਕੇ ਸਾਰੇ ਦੀਵਾਨ ਵੀ ਸਿੰਘ ਵੀ ਬੈਠੇ ਆ, ਪਾਤਸ਼ਾਹ ਦੇ ਸਾਥੀ, ਔਰ ਨਗਰ ਨਿਵਾਸੀ ਬਠਿੰਡੇ ਵਾਲੇ ਵੀ ਬੈਠੇ ਨੇ। ਔਰ ਸਤਿਗੁਰੂ ਪਾਤਸ਼ਾਹ ਦੀਵਾਨ ਵਿੱਚ ਬੈਠ ਕੇ ਕਹਿਣ ਲੱਗੇ ਵੀ ਰਾਤ ਕੋਈ ਇੱਥੇ ਰਸਤੇ ਦੇ ਉੱਤੇ ਕਿਲੇ ਦੇ ਬਾਹਰ ਕੁਝ ਗਾ ਰਿਹਾ ਸੀਗਾ, ਉਹ ਕੌਣ ਸੀ? ਸਿੰਘਨ ਕਹਿਓ ਲਾਦ ਕੋ ਲਿਆਇਓ, ਉਸਤਰ ਪ੍ਰਿੰਦ ਸੰਗ ਤਿਨ ਗਾਏ। ਮਹਾਰਾਜ ਬਾਹਰ ਨਾ ਵਪਾਰੀ ਉਤਰੇ ਆ, ਜਿਨ੍ਹਾਂ ਨੇ ਊਠਾਂ ਤੇ ਗੱਡਿਆਂ ਤੇ ਸਮਾਨ ਲੱਦਿਆ ਹੋਇਆ, ਔਰ ਉਹ ਗਾ ਰਹੇ ਸੀ ਬਾਹਰ। ਜਾਏ ਬੁਲਾਵੋ ਲਿਆਵੋ ਤਾਹੀ, ਸੁਨ ਕਰ ਦਾਸ ਗਿਓ ਤਿਨ ਪਾਹੀ। ਕੌਣ ਗਾਉਂਦਾ ਸੀਗਾ? ਉਹਨਾਂ ਚੋਂ ਜਾਓ, ਉਹਨਾਂ ਨੂੰ ਸੱਦ ਕੇ ਲਿਆਓ ਮੇਰੇ ਕੋਲ। ਤੇ ਇੱਕ ਸਤਿਗੁਰਾਂ ਦਾ ਸੇਵਕ ਜਿਹੜਾ ਹੈ ਬੁਲਾਉਣ ਜਾਂਦਾ ਹੈ। ਗੁਰੂ ਹਕਾਰੀ ਚਲ ਸੁਆਇਓ, ਦਰਸ਼ਨ ਕਰਤੇ ਸੀਸ ਨਿਵਾਇਓ। ਔਰ ਸਿੱਖ ਨੇ ਜਾ ਕਰਕੇ ਉਸ ਨੂੰ ਕਿਹਾ, ਵਪਾਰੀ ਨੂੰ, ਮਿੱਤਰਾ ਤੈਨੂੰ ਗੁਰੂ ਸਾਹਿਬ ਨੇ ਕਿਲੇ 'ਚ ਬੁਲਾਇਆ, ਅੰਦਰ ਚੱਲ। ਔਰ ਉਹ ਸਿੱਖ ਦੇ ਨਾਲ ਅੰਦਰ ਆਇਆ ਤੇ ਸਤਿਗੁਰਾਂ ਨੂੰ ਨਮਸਕਾਰ ਕਰਦਾ ਹੈ। ਸ੍ਰੀ ਪ੍ਰਭ ਭਣੇ ਰਾਤ ਜਿਮ ਗਾਵਤ, ਸੱਸੀ ਪੁੰਨੋ ਰਾਗ ਬਸਾਵਤ। ਔਰ ਪਾਤਸ਼ਾਹ ਕਹਿਣ ਲੱਗੇ, ਉਹ ਭਾਈ ਮਿੱਤਰਾ ਤੂੰ ਰਾਤ ਸੱਸੀ ਪੁੰਨੂ ਦੀ ਗਾਥਾ ਗਾ ਰਿਹਾ ਸੀ, ਉਹਨਾਂ ਦੀ ਕਵੀਸ਼ਰੀ ਗਾ ਰਿਹਾ ਸੀਗਾ? ਕਹਿੰਦਾ ਹਾਂਜੀ। ਬੈਠੇ ਆ ਅਬ ਗਾਵਨ ਕਰੋ, ਤਿਸੀ ਪ੍ਰਕਾਰ ਅਦਕ ਰਸ ਧਰੋ। ਜਿਵੇਂ ਰਾਤ ਗਾਇਆ ਸੀ ਸਾਨੂੰ ਦੁਬਾਰੇ ਸੁਣਾ, ਜਿਵੇਂ ਰਾਤ ਬੜੇ ਰਸ ਨਾਲ ਗਾਇਆ ਸੀ। ਸੁਣ ਕਰ ਜੋਰਤ ਬੋਲਿਓ ਸੋਏ, ਅਬ ਤੋ ਗਾਇਓ ਜਾਏ ਨਾ ਕੋਈ। ਹੁਣ ਉਹ ਵਿਚਾਰਾ ਸ਼ਰਮਾ ਗਿਆ, ਗੁਰੂ ਸਾਹਿਬ ਤੋਂ ਵੀ, ਗੁਰੂ ਸਾਹਿਬ ਧਰਮੀ ਬੰਦੇ ਆ ਯਾਰ, ਇਹਨਾਂ ਨੂੰ ਮੈਂ ਹੁਣ ਕਿੱਥੇ ਗਾਥਾ ਸੁਣਾਵਾਂ? ਕਹਿੰਦਾ ਜੀ ਨਾ, ਮੈਥੋਂ ਨਹੀਂ ਗਾਇਆ ਜਾਂਦਾ। ਰਾਜੇ ਆਪ ਤੇ ਮੁਝ ਕੋ ਆਵੈ, ਸੁਮੁਖ ਬੋਲ ਬੇ ਨਾਹਿਨ ਭਾਵੈ। ਮੈਂ ਤੁਹਾਡੇ ਸਾਹਮਣੇ ਨਹੀਂ ਗਾ ਸਕਦਾ ਮਹਾਰਾਜ, ਮੈਨੂੰ ਤਾਂ ਸ਼ਰਮ ਆਉਂਦੀ ਹੈ। ਸਭ ਗੁਰ ਦੀ ਕਨਾਤ ਨਾਏ, ਸਭ ਕੇ ਉਟੀ ਤਾਹੇ ਬਿਠਾਏ। ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਇੱਥੇ ਸਿੱਖੋ ਕਨਾਤ ਲਾ ਦਿਓ, ਪਰਦਾ ਕਰ ਦਿਓ। ਲੈ ਵੀ ਪਰਦੇ ਦੇ ਪਰਲੇ ਪਾਸੇ ਬਹਿ ਕੇ ਸੁਣਾ ਦੇ। ਪ੍ਰਭ ਕੋ ਹੁਕਮ ਮਾਨ ਕਰ ਗਾਇਓ, ਤੋਂ ਰਾਤ ਸਮ ਰਸ ਨਹਿ ਪਾਇਓ। ਤੋ ਹੁਣ ਗੁਰੂ ਪਿਆਰਿਓ, ਰਾਤ ਨੂੰ ਤਾਂ ਆਜ਼ਾਦ ਸੀਗੇ, ਕਿਸੇ ਨੇ ਟੋਕਣਾ ਰੋਕਣਾ ਨਹੀਂ ਸੀਗਾ। ਤੇ ਅੱਜ ਕਹਿੰਦੇ ਇਸ ਨੇ ਗੁਰੂ ਸਾਹਿਬ ਦੇ ਕੋਲ ਭਾਵੇਂ ਉਹਲੇ 'ਚ ਬਹਿ ਕੇ ਸੁਣਾਇਆ, ਚਾਦਰ ਦੇ ਕਨਾਤ ਦੇ ਉਹਲੇ, ਪਰ ਰਾਤ ਵਰਗਾ ਕਹਿੰਦੇ ਰਸ ਨਹੀਂ ਬਣਿਆ। ਧਨ ਦੇ ਕਰ ਤਿਸ ਕੀਓ ਨਿਹਾਲ, ਕਰੀ ਮੌਜ ਸ੍ਰੀ ਪ੍ਰਭੂ ਵਿਸਾਲ। ਔਰ ਸਤਿਗੁਰੂ ਖੁਸ਼ੀ ਦੇ ਮਾਲਕ ਖੁਸ਼ੀ ਦੇ ਘਰ 'ਚ ਆਏ ਤੇ ਉਹਨਾਂ ਨੂੰ ਬਹੁਤ ਸਾਰਾ ਇਨਾਮ ਦਿੱਤਾ, ਨਿਹਾਲ ਕੀਤਾ ਹੈ। ਸੱਸੀ ਪਰ ਕਹਿ ਤਰ ਕੋਠਾਈ, ਤਿਸ ਪਰ ਉੱਤਰ ਕਰਿਓ ਗੁਸਾਈ। ਔਰ ਕਿਸੇ ਨੇ ਵਿੱਚੋਂ ਸੱਸੀ ਦੇ ਉੱਤੇ ਤਰ ਕਰ ਦਿੱਤੀ ਕਿ ਸੱਸੀ ਇੱਕ ਮਨੁੱਖ ਦੇ ਨਾਲ ਪਿਆਰ ਕਰਦੀ ਹੋਈ ਐਵੇਂ ਮਰ ਗਈ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਹੁਣ ਉੱਥੇ ਵੀ ਉਪਦੇਸ਼ ਦੇ ਦਿੱਤਾ, ਗਿਆਨ ਤਾਂ ਤੁਸੀਂ ਕਿਸੇ ਚੀਜ਼ ਵਿੱਚੋਂ ਵੀ ਲੈ ਸਕਦੇ ਹੋ, ਇਹਦਾ ਤੁਹਾਡਾ ਦਿਮਾਗ ਹੈ, ਪੁੱਠਾ ਚੱਲਦਾ ਕਿ ਸਿੱਧਾ ਚੱਲਦਾ। ਆ ਮੋਬਾਈਲ ਚੱਲਦਾ ਹੈਗਾ ਸਾਡੇ ਕੋਲੇ, ਹੈ ਸਭ ਦੇ ਕੋਲ।
ਔਰ ਮੋਬਾਈਲਾਂ ਦੇ ਵਿੱਚੋਂ ਅਸੀਂ ਪੋਜ਼ਿਟਿਵ ਗਿਆਨ ਵੀ ਪ੍ਰਾਪਤ ਕਰ ਸਕਦੇ ਹਾਂ ਅਤੇ ਨੈਗੇਟਿਵ ਵੀ ਬਹੁਤ ਹੈ। ਅਤੇ ਲਗਭਗ ਸਾਡਾ ਮਨ ਜਿਹੜਾ ਨਾ ਉਹ ਨੀਵੇਂ ਪਾਸੇ ਨੂੰ ਛੇਤੀ ਡਿੱਗਦਾ। 80% ਮੋਬਾਈਲ ਦਾ ਪੁੱਠਾ ਪਾਸਾ ਹੀ ਖੋਲ੍ਹਦੇ ਆ। ਕੋਈ ਸਤਨਾਮ, ਸਿੱਧਾ ਪਾਸਾ ਘੱਟ ਹੀ ਖੋਲ੍ਹਦੇ ਆ। ਕਥਾ ਕਹਾਣੀਆਂ ਵੀ ਆਉਂਦੀਆਂ, ਇਹਦੇ ਵਿੱਚ ਕੀਰਤਨ ਵੀ ਆਉਂਦੇ ਹਨ, ਇਹਦੇ ਵਿੱਚ ਦੀਵਾਨ ਵੀ ਆਉਂਦੇ ਹਨ, ਇਹਦੇ ਵਿੱਚ ਹੋਰ ਵੀ ਬਹੁਤ ਕੁਛ ਆਉਂਦਾ ਹੈ। ਪਰ ਗੁਰੂ ਕਿਰਪਾ ਸਦਕਾ ਹੀ ਕੋਈ ਮੋਬਾਈਲ ਨੂੰ ਸਿੱਧੇ ਪਾਸਿਓਂ ਖੋਲ੍ਹਦਾ ਨਹੀਂ, ਪੁੱਠੇ ਪਾਸੇ ਖੋਲ੍ਹਦੇ ਆ। ਖੈਰ, ਕਿਸੇ ਨੇ ਤਰਕ ਕਰਤੀ, ਕਹਿੰਦੇ ਜੀ ਕਿਆ ਸੱਸੀ ਦਾ ਸੁਣਨਾ ਸੀ। ਕਹਿੰਦੇ ਸੁਣ ਲਾ ਫਿਰ ਖੜ ਕੇ। ਆਗੁਰ ਗੜੇ ਨਾਵਨੀ ਮਾਹੀ ਸਸੀਆ ਪਈ ਪਰਵੇਸ਼ਨ ਤਾਹੀ। ਉਹ ਧਰਤੀ ਜਿਹਦੇ ਵਿੱਚ ਐਂ ਉਂਗਲ ਲਾਉਣੀ ਔਖੀ ਸੀ, ਉਦੋਂ ਗਰਮੀ ਬੜੀ ਪੈਂਦੀ ਸੀ। ਤੇ ਗੁਰੂ ਪਿਆਰੋ ਜਿਹੜਾ ਇਹ ਪੁੰਨੂ ਸੀਗਾ ਨਾ, ਇਹ ਇੱਕ ਰਾਜਕੁਮਾਰ ਸੀਗਾ। ਤੇ ਇਹ ਜਿਹੜੀ ਸੱਸੀ ਸੀਗੀ ਉਹਨਾਂ ਦੇ ਇੱਕ ਨੌਕਰ ਦੀ ਲੜਕੀ ਸੀ। ਔਰ ਇਹਨਾਂ ਦੋਨਾਂ ਦਾ ਆਪਸ ਵਿੱਚ ਪਿਆਰ ਹੋ ਗਿਆ। ਤੇ ਗੁਰੂ ਪਿਆਰਿਓ, ਉਹ ਸੱਸੀ ਆਪਣੇ ਪਰਿਵਾਰ ਨੂੰ ਛੱਡ ਕਰਕੇ ਉਸ ਦੇ ਮਗਰ ਲੱਗੀ। ਤੇ ਕੀ ਹੋਇਆ, ਜਿਹੜੇ ਉਹਦੇ ਭਰਾ ਸੀ ਉਹਨਾਂ ਨੇ ਸੋਚਿਆ ਵੀ ਸਾਡੇ ਕੁਲ ਨੂੰ ਲਾਜ ਲਾਵੇਗਾ ਇਹ। ਤੇ ਅੱਧੀ ਰਾਤ ਨੂੰ ਉਹ ਜਿਹੜਾ ਪੁੰਨੂ ਨੂੰ ਆਪਣੇ ਊਠਾਂ ਉੱਤੇ ਲੱਦ ਕੇ ਲੈ ਗਏ ਚੱਕ ਕੇ ਉੱਥੋਂ। ਤੇ ਉਹ ਜਿਹੜੀ ਸੱਸੀ ਸੀ ਉਸ ਨੂੰ ਲੱਭਦੀ ਹੋਈ ਥਲਾਂ ਦੇ ਵਿੱਚ ਉਸ ਦਾ ਨਾਮ ਲੈਂਦੀ ਹੋਈ ਪੁੰਨੂ ਪੁੰਨੂ ਕਰਦੀ ਸੜਕੇ ਮਰ ਗਈ। ਪਾਤਸ਼ਾਹ ਕਹਿੰਦੇ ਜਿਸ ਧਰਤੀ ਵਿੱਚ ਉਂਗਲ ਨਹੀਂ ਸੀ ਗੱਡੀ ਜਾਂਦੀ, ਭਾਵ ਇੰਨੀ ਤਪਦੀ ਸੀ ਸੂਰਜ ਦੀ ਗਰਮੈਸ਼ ਨਾਲ। ਜੇਠ ਹਾੜ ਦਾ ਗਰਮੀਆਂ ਦਾ ਮਹੀਨਾ ਸੀ। ਪ੍ਰੇਮ ਮਹਾਤਮ ਬੜੋ ਬਡੇਰਾ ਪ੍ਰਾਣ ਜਾਣ ਲਗ ਜਿਨਹੁ ਨਬੀਰਾ। ਔਰ ਉਸ ਨੇ ਆਪਣੇ ਪ੍ਰੇਮੀ ਦੇ ਪਿੱਛੇ, ਆਪਣੇ ਪਿਆਰੇ ਦੇ ਪਿੱਛੇ ਜਾਨ ਤੱਕ ਦੇ ਦਿੱਤੀ ਹੈ, ਮਰ ਗਈ ਹੈ। ਪ੍ਰੇਮ ਦਾ ਮਹਾਤਮ ਬਹੁਤ ਵੱਡਾ। ਹੁਣ ਪ੍ਰੇਮ ਤੁਸੀਂ ਕਿਹੜੇ ਪਾਸੇ ਨੂੰ ਕਰਦੇ ਹੋ, ਇਹ ਤੁਹਾਡੇ 'ਤੇ ਡਿਪੈਂਡ ਕਰਦਾ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਕਹਿੰਦੇ ਇਸ ਤਰ੍ਹਾਂ ਪ੍ਰੇਮ ਦਾ ਬੜਾ ਮਹਾਤਮ ਹੈ। ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਾਤਸ਼ਾਹ ਨੇ ਸਿੱਖ ਨੂੰ ਪਰਮੇਸ਼ਰ ਨਾਲ ਪ੍ਰੇਮ ਕਰਨ ਦਾ ਢੰਗ ਵੀ ਦੱਸਿਆ। ਔਰ ਸਤਿਗੁਰਾਂ ਨੇ ਆਪਣੀ ਭਾਸ਼ਾ ਦੇ ਵਿੱਚ, ਆਪਣੀ ਗੁਰਬਾਣੀ ਦੇ ਵਿੱਚ, ਦਸਮ ਗ੍ਰੰਥ ਵਿੱਚ ਬੇਅੰਤ ਇਸ ਪ੍ਰੇਮ ਦੀਆਂ ਕਥਾਵਾਂ ਰਚੀਆਂ। ਗੁਰਬਾਣੀ ਦੇ ਵਿੱਚੋਂ ਸੁਣ ਲਓ, ਭਗਤ ਨਾਮਦੇਵ ਜੀ ਕਹਿੰਦੇ ਮੇਰਾ ਐਸਾ ਪ੍ਰੇਮ ਪੈ ਗਿਆ ਪਰਮੇਸ਼ਰ ਦੇ ਨਾਲ। ਕੈਸਾ ਮਹਾਰਾਜ, ਜੈਸੇ ਕਾਮੀ ਪੁਰਖ ਕਾਮਨੀ ਪਿਆਰੀ, ਤੈਸੀ ਨਾਮੇ ਪ੍ਰੀਤ ਮੁਰਾਰੀ। ਸਿਰੇ ਲਾਤੀ ਗੱਲ। ਇਸੇ ਤਰ੍ਹਾਂ ਹੀ ਪਾਤਸ਼ਾਹ ਕਹਿਣ ਲੱਗੇ, ਸਿੱਖੋ ਜਿਸ ਧਰਤੀ 'ਤੇ ਅਸੀਂ ਉਂਗਲ ਨਹੀਂ ਸੀ ਲਾ ਸਕਦੇ, ਤਪਦੀ ਸੀ, ਆਪਣੇ ਪ੍ਰੇਮ ਦੇ ਪਿੱਛੇ ਉਸ ਧਰਤੀ ਦੇ ਉੱਤੇ ਚੱਲਦਿਆਂ ਹੋਇਆਂ ਉਸਨੇ ਪ੍ਰਾਣ ਤੱਕ ਦੇ ਦਿੱਤੇ ਜੀ। ਇਨਕੇ ਨਾਮ ਸਦਾ ਥਿਰ ਪਾਹੇ ਲਾਖੋ ਬਰਕ ਬਖਾਨੇ ਗਏ। ਔਰ ਜਿਨ੍ਹਾਂ ਨੇ ਪ੍ਰੇਮ ਦੇ ਵਿੱਚ ਆ ਕੇ ਆਪਣੀਆਂ ਜਾਨਾਂ ਵਾਰ ਦਿੱਤੀਆਂ, ਉਹਨਾਂ ਦੇ ਨਾਮ ਅਮਰ ਹੋ ਗਏ। ਉਹ ਅਮਰ ਹੋ ਗਏ। ਲੱਖਾਂ ਸਾਲਾਂ ਤੱਕ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਅੱਜ ਵੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਚਾਹੇ ਉਹ ਹਕੀਕੀ ਪ੍ਰੇਮ ਸੀ ਤੇ ਚਾਹੇ ਮਜਾਜੀ ਪ੍ਰੇਮ ਸੀ। ਹਕੀਕੀ ਹੁੰਦਾ ਸੱਚ ਦੇ ਨਾਲ, ਮਜਾਜੀ ਹੁੰਦਾ ਸੰਸਾਰ ਦੇ ਨਾਲ, ਝੂਠ ਦੇ ਨਾਲ। ਪਰ ਉਹ ਅਮਰ ਹੋ ਜਾਂਦੇ ਆ। ਦੁਨੀਆ ਉਹਨਾਂ ਨੂੰ ਲੱਖਾਂ ਸਾਲਾਂ ਤੱਕ ਯਾਦ ਕਰਦੀ ਹੈ। ਗੁਰੂ ਪਰਮੇਸ਼ਰ ਸਨ ਜਿਨ ਪ੍ਰੇਮ ਸੇ ਤਤਕਾਲ ਪਾਵਤੇ ਛੇਮ। ਔਰ ਉਹਨਾਂ ਨੂੰ ਦੁਨੀਆ ਯਾਦ ਕਰਦੀ ਹੈ। ਤੇ ਪਰ ਜਿਹੜੇ ਐਸਾ ਹੀ ਪ੍ਰੇਮ ਗੁਰੂ ਨਾਲ ਕਰ ਲੈਣ, ਉਹਨਾਂ ਨੂੰ ਤੁਰੰਤ ਮੁਕਤੀ ਪ੍ਰਾਪਤ ਹੁੰਦੀ ਹੈ। ਬਿਨਾ ਪ੍ਰੇਮ ਕੋਕਟ ਸਭ ਜਤਨ, ਪ੍ਰੇਮ ਸੁਕਰਮਨ ਸਭ ਮੈਂ ਰਤਨ। ਔਰ ਪ੍ਰੇਮ ਤੋਂ ਬਗੈਰ ਸਾਰੇ ਯਤਨ ਹੀ ਅਧੂਰੇ ਹੈ। ਤੁਸੀਂ ਸੰਸਾਰੀ ਤੌਰ 'ਤੇ ਕੋਈ ਕੰਮ ਕਰਦੇ ਹੋ, ਜੇ ਤੁਹਾਡਾ ਉਹਦੇ ਵਿੱਚ ਇੰਟਰਸਟ ਨਹੀਂ, ਮੈਂ ਅੰਗਰੇਜ਼ੀ ਸਮਝਾ ਰਿਹਾ, ਸੌਖਾ ਸਮਝ ਆ ਜਾਊਗਾ। ਕਿਸੇ ਵੀ ਕੰਮ ਦੇ ਵਿੱਚ ਇੰਟਰਸਟ ਨਹੀਂ ਸਾਡਾ, ਤੇ ਉਹ ਕੰਮ ਅਸੀਂ ਪੂਰਾ ਕਰ ਹੀ ਨਹੀਂ ਸਕਦੇਗੇ। ਪ੍ਰੇਮ ਨੂੰ ਇੰਟਰਸਟ ਹੀ ਕਹਿੰਦੇ ਆ ਅੰਗਰੇਜ਼ੀ ਵਿੱਚ। ਕਹੋ ਸਤਿਨਾਮ। ਤੋ ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਜਿਸ ਕੰਮ ਦੇ ਵਿੱਚ ਪ੍ਰੇਮ ਹੁੰਦਾ ਹੈ, ਉਹ ਪ੍ਰੇਮ ਹੀ ਅਸੀਂ, ਉਹ ਕੰਮ ਹੀ ਅਸੀਂ ਸਹੀ ਕਰ ਸਕਦੇ ਹਾਂ। ਚਾਹੇ ਉਹ ਬੱਚਾ ਸਕੂਲ ਵਿੱਚ ਪੜ੍ਹਦਾ ਹੈ, ਜੇ ਪੜ੍ਹਾਈ ਵਿੱਚ ਇੰਟਰਸਟ ਹੈ ਤਾਂ ਵਧੀਆ ਨੰਬਰ ਲੈ ਕੇ ਪਾਸ ਹੁੰਦਾ, ਜੇ ਨਹੀਂ ਧਿਆਨ ਦਿੰਦਾ ਤਾਂ ਫਿਰ ਫੇਲ ਹੋ ਜਾਂਦਾ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ, ਜੇ ਅਸੀਂ ਸੰਸਾਰੀ ਕੰਮ ਸਿੱਖਦੇ ਹਾਂ, ਚਾਹੇ ਉਹ ਕੀਰਤਨ ਸਿੱਖਣਾ ਹੈ, ਚਾਹੇ ਕਥਾ ਸਿੱਖਣੀ ਹੈ, ਚਾਹੇ ਗੁਰਬਾਣੀ ਸਿੱਖਣੀ ਹੈ, ਚਾਹੇ ਕੋਈ ਵਰਕਸ਼ਾਪ ਦਾ ਕੰਮ ਸਿੱਖਣਾ, ਚਾਹੇ ਕੋਈ ਡਾਕਟਰੀ ਸਿੱਖਣੀ ਹੈ, ਮਾਸਟਰੀ ਸਿੱਖਣੀ ਹੈ, ਜੇ ਤੁਹਾਡੇ ਅੰਦਰ ਉਸ ਦਾ ਜਨੂਨ ਪੈਦਾ ਹੋ ਗਿਆ ਉਹਨੂੰ ਪ੍ਰਾਪਤ ਕਰਨ ਦਾ, ਤੇ ਤੁਸੀਂ ਇੱਕ ਦਿਨ ਜ਼ਰੂਰ ਪ੍ਰਾਪਤ ਕਰੋਗੇ। ਕਹੋ ਸਤਿਨਾਮ। ਇੰਟਰਸਟ ਬਣਾਉਣਾ ਪੈਂਦਾ, ਪ੍ਰੇਮ ਬਣਾਉਣਾ ਪੈਂਦਾ। ਮੇਰੇ ਪ੍ਰੀਤਮ ਜੀ ਕਹਿੰਦੇ ਸਿੱਖੋ,
ਬਿਨਾ ਪ੍ਰੇਮ ਤੋਂ ਸਾਰੇ ਕਰਮ ਹੀ ਫੋਕਟ ਹਨ। ਕਰਮ ਧਰਮ ਪਾਖੰਡ ਜੋ ਦੀਸੈ ਬਿਨਾ ਪ੍ਰੇਮ ਤੋਂ। ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮ ਜਾ ਗਾਤੀ ਲੁਟੈ। ਇਸ ਕਰਕੇ ਉਹ ਸੰਸਾਰ ਵਿੱਚ ਲੁੱਟੇ ਜਾਂਦੇ ਹਨ। ਤਾਂ ਤੇ ਸਾਨੂੰ ਉਸ ਪਰਮੇਸ਼ਰ ਦੇ ਨਾਲ, ਗੁਰੂ ਦੇ ਨਾਲ ਪ੍ਰੇਮ ਕਰਨਾ ਚਾਹੀਏ। ਪ੍ਰੇਮ ਸਕਰਮਨ ਸਭ ਮੈਂ ਰਤਨ। ਹੁਣ ਪ੍ਰੇਮ ਇੱਕ ਝੂਠ ਦੇ ਨਾਲ ਹੈ। ਪਾਤਸ਼ਾਹ ਜੀ ਕਹਿੰਦੇ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮਾੜੀ, ਕੂੜ ਮੰਡਪ, ਕੂੜ ਵੈਸਨਹਾਰ, ਕੂੜ ਸੋਨਾ, ਕੂੜ ਰੁਪਾ, ਕੂੜ ਪੈਨ ਨਹਾਰ, ਕੂੜ ਕੂੜਾ ਨੇਹੋ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ। ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੈ ਪੂਰ, ਨਾਨਕ ਬਖਾਣਾ ਬੇਨਤੀ ਤੁਧ ਬਾਜ ਕੂੜੋ ਕੂੜ। ਤੇਰੇ ਤੋਂ ਬਗੈਰ ਸਭ ਝੂਠਾ ਹੈ। ਸੁਕਰਮਨ ਚੰਗੇ ਕਰਮਾਂ ਦੇ ਨਾਲ ਪ੍ਰੇਮ ਕਰਨਾ। ਮਾੜਿਆਂ ਨਾਲ ਵੀ ਕਰਦੇ ਆ ਲੋਕ, ਉਹ ਅਧੋਗਤੀ ਨੂੰ ਪ੍ਰਾਪਤ ਹੁੰਦੇ ਹਨ। ਪਰ ਜਿਹੜੇ ਚੰਗੇ ਕਰਮ ਕਰਦੇ ਹਨ ਉਹਨਾਂ ਨੂੰ ਕਹਿੰਦੇ ਹੀਰਾ ਪਰਮੇਸ਼ਰ ਪ੍ਰਾਪਤ ਹੋ ਜਾਂਦਾ ਜੀ। ਪ੍ਰੇਮੀ ਜਪ ਤਪ ਬਿਨ ਮਖ ਜੋਗ, ਪ੍ਰਾਪਤ ਹੋਤ ਉਚੋਰੇ ਲੋਗ। ਔਰ ਸੰਸਾਰ ਦੇ ਵਿੱਚ ਜਪ ਤਪ ਕਰਨੇ, ਹੋਰ ਮਖ ਜੋਗ ਭਾਵ ਮਖ ਹੁੰਦੇ ਆ, ਲੰਗਰ ਲਾਉਣੇ, ਜਗ ਕਰਨੇ, ਜੋਗ ਸਾਧਨਾਵਾਂ ਕਰਨੀਆਂ। ਪ੍ਰਾਪਤ ਹੋਤ ਉਚੇਰੇ ਲੋਗ, ਇਹ ਉਹਨਾਂ ਨੂੰ ਹੀ ਪ੍ਰਾਪਤ ਹੁੰਦਾ ਹੈ। ਪ੍ਰੇਮ ਸਭ ਤੋਂ ਉੱਚਾ ਹੈ, ਬਾਕੀ ਸਾਰੀਆਂ ਚੀਜ਼ਾਂ ਤੋਂ ਥੱਲੇ ਹੈ। ਕਿਉਂਕਿ ਜਿਹੜੇ ਲੋਕ ਮੰਨ ਲਓ ਮਾਘੀ ਦੇ ਦਿਹਾੜੇ 'ਤੇ ਸੰਸਾਰ ਲੰਗਰ ਲਾਉਂਦਾ ਅਤੇ ਮਾਘੀ ਦੇ ਦਿਹਾੜੇ 'ਤੇ ਲੰਗਰ ਲਾ ਕੇ ਮਨੁੱਖ ਦੇ ਅੰਦਰ ਹੰਕਾਰ ਵੀ ਆ ਜਾਂਦਾ, ਅਸੀਂ ਦੇਸੀ ਘਿਓ ਦਾ ਲੰਗਰ ਲਾਇਆ, ਪਰ ਅੱਗੇ ਪਿੱਛੇ ਕੋਈ ਪ੍ਰਸ਼ਾਦਾ ਮੰਗੇ ਤੇ ਉਹਨੂੰ ਛਕਾਉਣਾ ਨਹੀਂ। ਕਹੋ ਸਤਨਾਮ ਸ੍ਰੀ। ਇਸ ਕਰਕੇ ਪਾਤਸ਼ਾਹ ਕਹਿੰਦੇ ਪ੍ਰੇਮ ਦੇ ਨਾਲ ਕੀਤਾ ਹੋਇਆ ਕੰਮ ਹੀ ਸਫਲਾ ਹੁੰਦਾ ਹੈ। ਪ੍ਰੇਮ ਤੋਂ ਬਗੈਰ ਜਪ ਤਪ ਮੱਖ ਲੰਗਰ ਲਾਉਣੇ, ਜੋਗ ਸਾਧਨਾਵਾਂ ਕਰਨੀਆਂ, ਇਹ ਸਭ ਬੇਕਾਰ ਹਨ ਜੇ ਵਿੱਚ ਪ੍ਰੇਮ ਨਹੀਂ ਹੈ। ਇਤਿਆਦਿਕ ਮਹਿਮਾ ਮੁਖ ਗਾਹੀ, ਕਿਤਕ ਸਮੇਂ ਤੈ ਥਿਰੇ ਗੋਸਾਈ। ਤਾਂ ਇਸ ਦੇ ਵਿਸ਼ੇ ਤੇ ਸਤਿਗੁਰਾਂ ਨੇ ਅੱਜ ਦੇ ਦੀਵਾਨ ਵਿੱਚ, ਇਸ ਕਿਲੇ ਵਿੱਚ ਬੈਠ ਕੇ ਬਹੁਤ ਸਾਰੀਆਂ ਵਿਚਾਰਾਂ ਉਪਦੇਸ਼ ਸੰਗਤਾਂ ਨੂੰ ਦੇਣੇ ਕੀਤੇ ਔਰ ਕੁਝ ਸਮਾਂ ਦੀਵਾਨ ਸਜਾਇਆ ਹੈ ਜੀ। ਕਹਿਓ ਬਿਰਤੰਤ ਬਿਰਾੜਨ ਪੀਰ, ਬਿਨੇ ਪਾਲ ਨਿਪ ਚੜਿਓ ਅਖੀਰ। ਤਾਂ ਫਿਰ ਇੱਥੇ ਗੱਲ ਚੱਲੀ ਹੈ ਕਿ ਇਹ ਕਿਲਾ ਕਦੋਂ ਬਣਿਆ, ਕਿਵੇਂ ਬਣਿਆ। ਤੇ ਬਰਾੜਾ ਨੇ ਗੱਲ ਕੀਤੀ, ਮਹਾਰਾਜ ਮਾਰਵਾੜ ਦੇ ਇਲਾਕੇ 'ਚੋਂ ਰਾਜਾ ਬਿਨੇਪਾਲ ਇੱਧਰ ਸ਼ਿਕਾਰ ਖੇਡਦਾ ਆਇਆ ਸੀ। ਜਬ ਉਦਿਆਨ ਵਿਖੇ ਚਲ ਗਏ ਹੋ, ਕੌਤਕ ਏਕ ਬਿਲੋਕਤ ਪਿਓ। ਤਾਂ ਗੁਰੂ ਪਿਆਰਿਓ ਇਹ ਲੰਮੇ ਨਿਕਲ ਜਾਂਦੇ, ਕਿਹੜਾ ਕੋਈ ਪਿੱਛੇ ਫਿਕਰ ਸੀ ਵੀ ਜਵਾਕੜੀ ਕਰਨਗੇ, ਤੁਰੇ ਜਾਂਦੇ ਆ ਗਾਂਹ ਦੀ ਗਾਂਹ। ਗੁਰੂ ਪਿਆਰਿਓ ਆਪਣੇ ਵਜ਼ੀਰਾਂ ਮੰਤਰੀਆਂ ਦੇ ਨਾਲ ਚੱਲਦਾ ਚੱਲਦਾ ਮਾਰਵਾੜ ਦੇ ਇਲਾਕੇ 'ਚੋਂ ਆਪਣੇ ਜੰਗਲ ਦੇ ਇਲਾਕੇ 'ਚ ਆ ਗਿਆ। ਇਹ ਜੰਗਲ ਦੇ ਵਿੱਚ ਉਸਨੇ ਕੀ ਦੇਖਿਆ? ਆਜਾ ਪਰਸੂਤਾ ਬ੍ਰਿਕ ਸੋਲਰੈ, ਆਪਣੋ ਬਤਸ਼ ਬਚਾਵਨ ਕਰੈ। ਤਾਂ ਗੁਰੂ ਪਿਆਰਿਓ ਇਸ ਜਗ੍ਹਾ ਦੇ ਉੱਤੇ, ਇਹ ਜੰਗਲ ਦੇ ਵਿੱਚ ਉਸ ਰਾਜੇ ਬਿਨੇਪਾਲ ਨੇ ਵੇਖਿਆ ਇੱਕ ਸੂਈ ਹੋਈ ਬੱਕਰੀ ਸੀ, ਜਿਸ ਦੇ 2-3 ਮੇਮਣੇ ਸਨ, ਬੱਚੇ ਸਨ। ਤੇ ਉਹਨਾਂ ਬੱਚਿਆਂ ਨੂੰ ਮਾਰਨ ਦੇ ਲਈ ਇੱਥੇ ਇੱਕ ਚੀਤਾ ਆ ਗਿਆ, ਬਘਿਆੜ ਆ ਗਿਆ, ਤੇ ਉਹ ਬਘਿਆੜ ਬੱਚਿਆਂ ਨੂੰ ਮਾਰਨਾ ਚਾਹੁੰਦਾ ਸੀਗਾ। ਤੇ ਮਾਂ ਕੈਸੀ ਵੀ ਹੋਵੇ, ਚਾਹੇ ਉਹ ਪਸ਼ੂ ਦੀ ਮਾਂ ਹੈ, ਚਾਹੇ ਪੰਛੀ ਦੀ ਮਾਂ ਹੈ, ਚਾਹੇ ਮਨੁੱਖਤਾ ਦੇ ਵਿੱਚ ਮਾਂ ਹੈ, ਤੇ ਮਾਂ ਫਿਰ ਆਪਣੀ ਜਾਨ ਵਾਰ ਦਿੰਦੀ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ। ਕਹੋ ਸਤਨਾਮ। ਆਮ ਕਹਾਵਤ ਹੈ ਨਾ, ਸੂਈ ਹੋਈ ਕੁੱਤੀ ਦੇ ਕੋਲ ਕੋਈ ਚਲਿਆ ਜਾਵੇ, ਭਾਵੇਂ ਉਹਨੂੰ ਪ੍ਰਸ਼ਾਦਾ ਪਾਉਣੀ ਜਾਵੇ, ਪਰ ਉਹ ਭਿਆਨਕ ਢੰਗ ਨਾਲ ਵੇਖਦੀ ਹੈ ਮੇਰੇ ਬੱਚਿਆਂ ਨੂੰ ਕੋਈ ਹੱਥ ਨਾ ਪਾਵੇ। ਇਹ ਕਹੋ ਸਤਨਾਮ। ਤੇ ਬਰਾੜ ਦੱਸਣ ਲੱਗੇ ਜੀ, ਇਸ ਇਲਾਕੇ 'ਚੋਂ ਰਾਜੇ ਨੇ ਵੇਖਿਆ ਕਿ ਇੱਕ ਬੱਕਰੀ ਬਘਿਆੜ ਦੇ ਨਾਲ ਲੜਾਈ ਕਰ ਰਹੀ ਆ ਆਪਣੇ ਬੱਚਿਆਂ ਨੂੰ ਬਚਾਉਣ ਲਈ। ਬੜ ਅਜੀਤ ਬੜ ਰਖਿਓ ਮਵਾਸੀ, ਆਪਣੇ ਸਚਵਨ ਸਾਤ ਪ੍ਰਕਾਸ਼ੀ। ਤੇ ਉਸ ਰਾਜੇ ਬਿਨੇਪਾਲ ਨੇ ਦੇਖਿਆ ਕਿ ਆਪਣੇ ਤੋਂ ਸੈਂਕੜੇ ਗੁਣਾ ਵੱਧ ਤਾਕਤ ਵਾਲੇ ਦੇ ਨਾਲ ਇਹ ਜੋ ਬੱਕਰੀ ਲੜਾਈ ਕਰ ਰਹੀ ਹੈ। ਸੀਕਰ ਦੁਰਗ ਕੋ ਪਾਵਨ ਕਰੀ ਹੈ, ਜਿਤ ਕਿਤ ਤੇ ਨਰ ਪੁੰਜ ਕਰੀਐ। ਔਰ ਉਹਨੇ ਦਿਮਾਗ ਵਿੱਚ ਸੋਚਿਆ ਕਿ ਧਰਤੀ ਬੜੀ ਜਪ ਤਪ ਵਾਲੀ ਆ। ਮਾਲਵੇ ਦੀ ਧਰਤੀ, ਇਹ ਜੰਗਲ ਦੀ ਧਰਤੀ ਕਹੋ, ਉਦੋਂ ਜੰਗਲ ਹੀ ਸੀਗਾ। ਮਾਲਵਾ ਬਾਬੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਿਹਾ ਇਸ ਨੂੰ।
ਤਾਂ ਇਹ ਜੰਗਲ ਦੇ ਵਿੱਚ ਕਹਿੰਦੇ ਤਪੱਸਿਆ ਵਾਲੀ ਧਰਤੀ ਹੈ ਭਾਈ, ਇੱਥੇ ਕਿਉਂ ਨਾ ਇੱਥੇ ਆਪਾਂ ਕਿਲਾ ਬਣਾਈਏ। ਨਾਇਕੋ ਜੀ ਨੇ ਪਾਵਤ ਕਨੇ ਜਾਣਿਓ ਸ਼ੀਕਰ ਦੁਰਗਮ ਬਣੇ। ਤਾਂ ਗੁਰੂ ਪਿਆਰਿਓ ਫਿਰ ਕਹਿੰਦੇ ਬਿਨੇ ਪਾਲ ਨੇ ਉਸੇ ਵੇਲੇ ਬੰਦੇ ਇਕੱਠੇ ਕਰਨੇ ਸ਼ੁਰੂ ਕੀਤੇ। ਇਤਨੇ ਜਲਦੀ ਬੰਦੇ ਵੀ ਨਹੀਂ ਸੀ ਮਿਲ ਰਹੇ ਕਿ ਜਲਦੀ ਜਲਦੀ ਕਿਲਾ ਤਿਆਰ ਹੋ ਜਾਵੇ। ਭਾਗ ਹਾਕਮੀ ਜਿਤ ਅਨਾਜੇ ਛੋਰ ਦੀਨ ਰਾਖੋ ਰਾਜੇ। ਔਰ ਇਸ ਤਰ੍ਹਾਂ ਜਿਨ੍ਹਾਂ ਰਾਜਿਆਂ ਦਾ ਅਨਾਜ ਰਾਜਾ ਹੋਣ ਕਰਕੇ ਹਿੱਸਾ ਸੀ, ਉਸ ਰਾਜੇ ਨੇ ਕਿਸਾਨਾਂ ਨੂੰ ਛੱਡ ਦਿੱਤਾ। ਭਾਵ ਜਿਹੜੇ ਕੈਦੀ ਸਨ ਉਹ ਕੈਦੀ ਵੀ ਲੈ ਜਾਂਦੇ, ਉਹਨਾਂ ਦੇ ਰਾਹੀਂ ਕਿਲਾ ਬਣਵਾਉਣਾ ਸ਼ੁਰੂ ਕੀਤਾ। ਤਿਤਕ ਮਿਰਤਕਾ ਦੁਰਗ ਪਵਾਹੀ ਮਿਲੇ ਆਨ ਮਾਨਵ ਸਮੁਦਾਏ। ਔਰ ਰਾਜੇ ਬਿਨੇ ਪਾਲ ਨੇ ਜਿੰਨੇ ਵੀ ਬੰਦੇ ਇਕੱਠੇ ਹੋ ਸਕੇ ਆਪਣੇ ਰਾਜਿਆਂ ਦੇ, ਆਪਣੇ ਕੈਦੀਆਂ ਦੇ, ਮਨੁੱਖ ਵੀ ਜਿਹੜੇ ਕੈਦਾਂ ਵਿੱਚੋਂ ਕੱਢ ਲਿਆਂਦੇ ਸਾਰੇ, ਉਹਨਾਂ ਨੂੰ ਲਾ ਕਰਕੇ ਮਿੱਟੀ ਪਵਾਉਣੀ ਸ਼ੁਰੂ ਕੀਤੀ, ਕਿਉਂਕਿ ਟਿੱਬੇ ਹੀ ਟਿੱਬੇ ਸਨ। ਆ ਬਠਿੰਡਾ ਸ਼ਹਿਰ ਤੁਸੀਂ ਦੇਖਦੇ ਹੋ, ਕਿਤੇ ਚੜ੍ਹਾਈ ਚੜ੍ਹ ਜਾਂਦੀ ਹੈ, ਕਿਤੇ ਉਤਰਾਈ ਹੋ ਜਾਂਦੀ ਹੈ, ਕਿਤੇ ਉੱਚੀ ਸੜਕ ਹੋ ਜਾਂਦੀ ਹੈ, ਕਿਤੇ ਨੀਵੀਂ ਹੋ ਜਾਂਦੀ ਹੈ। ਭਾਵ ਇਹ ਰਸਤੇ ਉਸੇ ਤਰ੍ਹਾਂ ਹੀ ਬਣੇ ਹੋਏ ਆ, ਜਿੱਥੇ ਟਿੱਬਾ ਸੀ ਉੱਥੇ ਉੱਚੀ ਬਣਾ ਦਿੱਤੀ, ਜਿੱਥੇ ਨੀਵਾਂ ਸੀ ਉੱਥੇ ਨੀਵੀਂ ਬਣ ਗਈ। ਕਹੋ ਸਤਨਾਮ। ਤਾਂ ਇਹ ਜਗ੍ਹਾ ਵੀ ਉੱਚੀ ਨੀਵੀਂ ਸੀ, ਤਾਂ ਉਸ ਨੇ ਆਪਣੇ ਬੰਦੇ ਲਾ ਕਰਕੇ ਸਾਰੀ ਮਿੱਟੀ ਇੱਕ 4 ਛਪੇਰੇ ਕੰਧ ਬਣਾਉਣੀ ਸ਼ੁਰੂ ਕੀਤੀ। ਮਿੱਟੀ ਸਾਰੀ ਇੱਕ ਥਾਂ ਵਿੱਚ ਪਵਾਉਣੀ ਕੀਤੀ। ਜਿਵੇਂ ਇਹ ਕੰਧ ਹੈ ਕਿਲੇ ਦੀ, ਇਹ ਗੁਰੂ ਪਿਆਰੋ ਕੋਈ 30-35 ਫੁੱਟ ਚੌੜੀ ਆ, ਉੱਤੋਂ 2-3 ਟਰੱਕ ਬਰਾਬਰ ਚੱਲ ਸਕਦੇ ਆ ਇਹਦੇ ਉੱਤੇ, ਇੰਨੀ ਚੌੜੀ ਹੈ। ਅਤੇ ਸਪੋਰਟਾਂ ਇੰਨੀਆਂ ਲਾਈਆਂ ਬਾਹਰਲੇ ਪਾਸੇ ਤੁਸੀਂ ਵੇਖਦੇ ਹੋ, ਤਾਂ ਕਿ ਉੱਤੇ ਕਿਤਨਾ ਵੀ ਭਾਰ ਤੁਰਿਆ ਫਿਰੇ ਤੇ ਇਹ ਜਿਹੜੀ ਕੰਧ ਬੈਠੇ ਨਾ, ਥੱਲੇ ਨੂੰ ਨਾ ਜਾਵੇ। ਖੈਰ ਰਾਜੇ ਨੇ ਉਹਨਾਂ ਕੈਦੀਆਂ ਨੂੰ ਲਾ ਕਰਕੇ ਸਾਰੀ ਮਿੱਟੀ 4 ਛਪੇਰੇ ਇਕੱਠੀ ਕਰਵਾਈ ਹੈ। ਇਸ ਪ੍ਰਕਾਰ ਤੂਰਨ ਬਣਾਵਾ ਅਦਕ ਤੰਗ ਮਵਾਸ ਚਿਨਾਵਾ। ਔਰ ਉਹਨਾਂ ਕੈਦੀਆਂ ਦੀਆਂ ਕੈਦਾਂ ਮਾਫ ਕਰ ਦਿੱਤੀਆਂ। ਕਿਲਾ ਬਣਨ ਤੋਂ ਬਾਅਦ ਆਜ਼ਾਦ ਕਰਤੇ, ਕਹਿੰਦੇ ਜਾਓ ਤੁਸੀਂ ਘਰਾਂ ਨੂੰ। ਇਸ ਤਰ੍ਹਾਂ ਮਵਾਸ ਹੁੰਦਾ ਹੈ ਆਕੀ ਜਿਹੜਾ ਜਿੱਤਿਆ ਨਾ ਜਾ ਸਕੇ, ਕਿਉਂਕਿ ਕਈ ਕਿਲਿਆਂ ਦੀਆਂ ਕੰਧਾਂ ਭੰਨੀਆਂ ਜਾ ਸਕਦੀਆਂ, ਉਹਨਾਂ ਵਿੱਚ ਮੋਰਾ ਕੀਤਾ ਜਾ ਸਕਦਾ, ਪਰ ਇਸ ਕਿਲੇ ਦੀ ਕੰਧ ਵਿੱਚ ਮੋਰਾ ਨਹੀਂ ਹੋ ਸਕਦਾ। ਗੇਟ ਤੋਂ ਬਗੈਰ ਕਿਤੇ ਵੀ ਰਸਤਾ ਨਹੀਂ ਬਣ ਸਕਦਾ, ਇੰਨੀ ਚੌੜੀ ਮਿੱਟੀ ਭਰੀ ਹੈ ਇਹਦੀ ਕੰਧ ਦੇ ਵਿੱਚ। ਇਸ ਤਰ੍ਹਾਂ ਰਾਜੇ ਬਿਨੇ ਪਾਲ ਨੇ ਇਹ ਆਕੀ ਕਿਲਾ, ਮਜ਼ਬੂਤ ਕਿਲਾ ਤਿਆਰ ਕੀਤਾ ਜੀ। ਸੁਣੀ ਸੁਰੰਗ ਬੀਚ ਸਕੀਨਾ ਕੱਢ ਪਟ ਨੀਰ ਲਗੋ ਚਿਨ ਦੀਨਾ। ਔਰ ਮਹਾਰਾਜ ਅਸੀਂ ਤਾਂ ਇਹ ਵੀ ਸੁਣਿਆ ਕਿ ਉਹਨੇ ਇਹਦੇ ਵਿੱਚ ਇੱਕ ਸੁਰੰਗ ਵੀ ਬਣਵਾਈ ਸੀ, ਜਿਹੜੀ ਇਥੋਂ ਪਟਨੇਰ ਦੇ ਕਿਲੇ ਤੱਕ ਜਾਂਦੀ ਸੀ। ਆਦਿਕ ਕੁਛ ਅਪਰ ਪ੍ਰਸੰਗ ਕਰੇ ਸੁਨਾਵਨ ਸਤਿਗੁਰ ਸੰਗ। ਪਟਨੇਰ ਦਾ ਕਿਲਾ ਰਾਜਸਥਾਨ ਦੇ ਵਿੱਚ ਹੈ ਤੇ ਇਹ ਕਿਲਾ ਇੱਥੇ ਹੈ। ਇਸ ਕਰਕੇ ਉਹ ਰਾਜੇ ਨੇ ਕਹਿੰਦੇ ਇਸ ਕਿਲੇ ਨੂੰ ਉਸ ਕਿਲੇ ਨਾਲ ਸੁਰੰਗ ਨਾਲ ਜੋੜਿਆ ਹੋਇਆ ਸੀਗਾ। ਉਹ ਸੁਰੰਗ ਇੱਧਰਲੇ ਪਾਸੇ ਖੂਹ ਹੈ ਨਾ, ਜਿਹੜਾ ਖੂਹ ਦੇ ਕੋਲੇ ਗੇਟ ਆ ਉਹਦੇ ਵਿੱਚ ਦੀ ਸੁਰੰਗ ਜਾਂਦੀ ਆ। ਹੁਣ ਤਾਂ ਬੰਦ ਕਰ ਦਿੱਤੀ ਕਿਉਂਕਿ ਥੱਲੇ ਸੱਪ ਵਗੈਰਾ ਜਾਨਵਰ ਵੀ ਪੈਦਾ ਹੋ ਗਏ, ਪਰ ਇੱਧਰੋਂ ਗੇਟ ਦਿਸਦਾ ਉਸ ਦਾ, ਵਿੱਚ ਜਾ ਨਹੀਂ ਕੁਝ ਸਕਦਾ। ਅੱਗੋਂ ਲੋਹੇ ਦਾ ਗੇਟ ਲਾ ਦਿੱਤਾ ਤਾਂ ਕਿ ਕੋਈ ਬੱਚਾ, ਕੋਈ ਮਨੁੱਖ ਉਹਦੇ ਵਿੱਚ ਨਾ ਜਾਵੇ। ਖੈਰ ਉਹਨਾਂ ਬਰਾੜਾਂ ਨੇ ਦੱਸਿਆ ਕਿ ਸੁਣਿਆ ਮਾਰੇ ਇਹਦੇ ਵਿੱਚ ਸੁਰੰਗ ਵੀ ਬਣਾਈ ਸੀ, ਜਿਹੜੀ ਇੱਥੋਂ ਪਟਨੇਰ ਦੇ ਕਿਲੇ ਨਾਲ ਮਿਲਦੀ ਹੈ। ਇਸ ਤਰ੍ਹਾਂ ਇਸ ਕਿਲੇ ਦਾ ਕੁਝ ਪ੍ਰਸੰਗ ਇੱਥੋਂ ਦੇ ਪੁਰਾਣੇ ਵਾਸੀ ਲੋਕਾਂ ਨੇ ਸੁਣਾਉਣਾ ਕੀਤਾ ਜੀ। ਭਏ ਤਿਆਰ ਅਗਲੀ ਪੁਨ ਸਾਰਾ ਹੈ ਪਰ ਜੀਨ ਡਰ ਅਸਵਾਰਾ। ਔਰ ਸਾਰਾ ਦਿਨ ਇੱਥੇ ਕਟਿਆ, ਰਾਤ ਕੱਟੀ ਆ, ਫਿਰ ਅਗਲਾ ਦਿਨ ਚੜ੍ਹਿਆ ਤੇ ਅਗਲੇ ਦਿਨ ਪਾਤਸ਼ਾਹ ਕਹਿੰਦੇ ਚਲੋ ਵੀ ਚੱਲੀਏ। ਘੋੜਿਆਂ ਤੇ ਕਾਠੀਆਂ ਪਾਉਂਦੇ ਹਨ। ਉਲੰਗ ਪੰਥਕ ਕੇਤਕ ਜਬ ਆਏ ਤੇਰਾ ਸੰਮੀ ਗ੍ਰਾਮ ਸੋ ਪਾਏ। ਤਾਂ ਗੁਰੂ ਪਿਆਰਿਓ ਇੱਥੋਂ ਹੀ ਫਿਰ ਸਤਿਗੁਰੂ ਪਾਤਸ਼ਾਹ ਜੀ ਹਾਜੀ ਰਤਨ ਵੀ ਗਏ ਹਨ, ਉਸ ਫਕੀਰ ਨੂੰ ਮਿਲੇ ਹਨ ਹਾਜੀ ਰਤਨ ਨੂੰ। ਹਾਜੀ ਰਤਨ ਦਾ ਪਿਛਲਾ ਇਤਿਹਾਸ ਹੈ ਜਿਹੜਾ, ਉਸ ਦਾ ਨਾਮ ਸੀ ਰਤਨ ਚੰਦ, ਤੇ ਇਸ ਨੂੰ ਵੀ ਪਰਮੇਸ਼ਰ ਦੇ ਮਿਲਣ ਦੀ ਜਿਹੜੀ ਹੈ ਤਲਬ ਲੱਗੀ ਹੋਈ ਸੀ। ਇਹ ਵੀ ਜਣੇ ਖਣੇ ਨੂੰ ਪੁੱਛਦਾ ਫਿਰਦਾ ਸੀ ਕੋਈ ਰੱਬ ਦੇ ਮਿਲਣ ਦਾ ਰਸਤਾ ਦੱਸੋ। ਇਸ ਰਤਨ ਚੰਦ ਨੂੰ ਕਹਿੰਦੇ ਕਿਸੇ ਮੁਸਲਮਾਨ ਫਕੀਰ ਨੇ ਕਿਹਾ ਵੀ ਰੱਬ ਦਾ ਰਸਤਾ ਤੈਨੂੰ ਮੱਕੇ ਤੋਂ ਮਿਲ ਸਕਦਾ, ਉੱਥੇ ਹੱਜ ਕਰਕੇ ਆ। ਤੇ ਰਤਨ ਚੰਦ ਨਾਮ ਦਾ ਫਕੀਰ ਜਿਹੜਾ ਕਹਿੰਦਾ ਆਪਣੀ ਊਠਣੀ ਤੇ ਮੱਕੇ ਗਿਆ ਤੇ ਮੱਕੇ ਦਾ ਹੱਜ ਕਰਕੇ ਆਇਆ। ਚਲੋ ਜੋ ਵੀ ਇਹਨੂੰ ਗਿਆਨ ਕਿਤੋਂ ਪ੍ਰਾਪਤ ਹੋਇਆ ਤੇ ਫਿਰ ਊਠਣੀ ਤੇ ਹੀ ਵਾਪਸ ਆਇਆ। ਔਰ ਇਸ ਥਾਂ ਤੇ ਜਿੱਥੇ ਗੁਰਦੁਆਰਾ ਸਾਹਿਬ ਹਾਜੀ ਰਤਨ ਹੈ, ਇੱਥੇ ਆ ਕਰਕੇ ਰੁਕਿਆ। ਇਹਦੀ ਊਠਣੀ ਵੀ ਥੱਕ ਗਈ, ਕਿਉਂਕਿ ਸੁਲਤਾਨਪੁਰ ਸਾਹਿਬ ਤੋਂ ਮੱਕਾ ਜਿਹੜਾ 5000 ਕੋਹ ਦੱਸਿਆ ਹੈ। ਕੋਹ ਸਤਨਾਮ ਇਤਿਹਾਸ ਦੇ ਵਿੱਚ ਬਾਬੇ ਨਾਨਕ ਦੇ ਇਤਿਹਾਸ 'ਚ ਆਇਆ ਹੈ।
ਜਿਸ ਵੇਲੇ ਬਾਬੇ ਨਾਨਕ ਨੂੰ ਬੇਬੇ ਨਾਨਕੀ ਨੇ ਘਰੇ ਯਾਦ ਕੀਤਾ ਸੁਲਤਾਨਪੁਰ, ਪ੍ਰਸ਼ਾਦਾ ਬੜਾ ਸੁੰਦਰ ਬਣਿਆ, ਤਵੇ 'ਤੇ ਫੁੱਲ ਗਿਆ। ਖਿਆਲ ਆ ਗਿਆ ਭੈਣ ਨੂੰ, ਜੇ ਕਿਤੇ ਵੀਰਾ ਹੁੰਦਾ ਮੈਂ ਪ੍ਰਸ਼ਾਦਾ ਤਾਂ ਉਹਨਾਂ ਲਈ ਛਕਣ ਵਾਲਾ ਸੀ। ਹਜੇ ਤਵੇ ਤੋਂ ਫੁਲਕਾ ਲਾਹਿਆ ਨਹੀਂ, ਬਾਹਰੋਂ ਕੁੰਡਾ ਖੜਕਿਆ। ਜਦ ਕੁੰਡਾ ਖੜਕਿਆ ਤੇ ਭੱਜ ਕੇ ਗੇਟ ਖੋਲ੍ਹਿਆ ਤੇ ਅੱਗੋਂ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਖੜੇ ਆ। ਕਹਿੰਦੇ ਵੀਰੇ ਤੁਸੀਂ ਮੈਂ ਤੁਹਾਨੂੰ ਹੁਣੇ ਯਾਦ ਕੀਤਾ ਸੀ। ਕਹਿੰਦੇ ਫਿਰ ਤੇਰੇ ਨਾਲ ਵਾਅਦਾ ਹੋਇਆ ਸੀ ਭੈਣੇ, ਜਦੋਂ ਯਾਦ ਕਰੇਂਗੀ ਉਦੋਂ ਹੀ ਆਊਂਗਾ। ਅੰਦਰ ਗਏ, ਪਲੰਘੇ 'ਤੇ ਬੈਠੇ ਤੇ ਮਰਦਾਨਾ ਦੱਸਣ ਲੱਗਿਆ ਅਸੀਂ ਤਾਂ, ਬਾਬਾ ਜੀ ਕਹਿੰਦੇ ਚੁੱਪ ਕਰ ਜਾ, ਪਤਾ ਹੀ ਆ ਕੋਈ ਸਤਨਾਮ। ਭਾਵ ਮੱਕੇ ਦੇ ਵਿੱਚ ਬੈਠੇ ਸੀ ਉਸ ਵੇਲੇ ਪਾਤਸ਼ਾਹ, ਔਰ ਮਰਦਾਨੇ ਨੂੰ ਆਥਣੇ ਜੀ ਕਹਿੰਦੇ ਮਰਦਾਨੇ ਆ ਚੱਲੀਏ ਪੰਜਾਬ ਨੂੰ। ਮੈਂ ਕਿਹਾ ਹੁਣ ਕਿਹੜਾ ਟਾਈਮ ਹੈ, ਰਾਤ ਪੈਣ ਵਾਲੀ ਆ, ਧਾਰੇ ਤੱਥੀ ਕੱਟਾਂ। ਕਹਿੰਦੇ ਨਹੀਂ, ਭੈਣ ਨੇ ਯਾਦ ਕੀਤਾ, ਪ੍ਰਸ਼ਾਦਾ ਤਿਆਰ ਕੀਤਾ ਉਹਨੇ, ਕਹਿੰਦੀ ਕਿਤੇ ਵੀਰਾ ਆ ਜੇ ਤੇ ਉਹਨੂੰ ਛਕਾ ਦਿਆਂ। ਤੇ ਮੈਂ ਕਿਹਾ ਹੁਣ ਕਿਵੇਂ ਜਾਵਾਂਗੇ? ਕਹਿੰਦੇ ਨੇਤਰ ਬੰਦ ਕਰ ਬਸ ਚੱਲੀਏ। ਤੇ ਕਹਿੰਦੇ ਉੱਥੇ ਨੇਤਰ ਬੰਦ ਕੀਤੇ, ਅਗਲੇ ਪਲ ਹੀ ਬੇਬੇ ਨਾਨਕੀ ਦੇ ਬਾਹਰ 'ਚ ਖੜੇ ਸੀ ਤੇ ਉਹ ਪ੍ਰਸ਼ਾਦਾ ਛਕੇ ਆ ਕੇ ਬਾਬੇ ਨਾਨਕ ਨੇ। ਫਿਰ ਖੈਰ 5000 ਕੋਹ ਹੈ ਤੇ ਉਹ ਫਿਰ ਹਾਜੀ ਰਤਨ ਇੱਥੇ ਹੀ ਰੁਕ ਗਿਆ। ਉਸ ਤੋਂ ਪਹਿਲਾਂ ਬਾਬਾ ਨਾਨਕ ਵੀ ਇਸ ਨੂੰ ਮਿਲੇ ਆ ਕਹਿੰਦੇ, ਕਿਉਂਕਿ ਨਾਲ ਹੀ ਤਾਂ ਹੈ ਨਨਕਾਣਾ ਸਾਹਿਬ, ਕੋਈ ਦੂਰ ਤਾਂ ਨਹੀਂ, ਵਿਚਾਲੇ ਹੱਦਬੰਦੀ ਹੋ ਗਈ ਹੈ, ਇਸ ਕਰਕੇ ਦੂਰ ਲੱਗਦਾ। ਤਾਂ ਗੁਰੂ ਪਿਆਰਿਓ, ਉਸਨੇ ਬਾਬੇ ਨਾਨਕ ਨਾਲ ਹੀ ਵਿਚਾਰ ਵਟਾਂਦਰੇ ਕੀਤੇ। ਉਹਨੇ ਇਹ ਵੀ ਕਿਹਾ ਸੀ ਮੇਰਾ ਉਧਾਰ ਕਰੋ ਮਹਾਰਾਜ, ਮੁਕਤੀ ਕਰੋ। ਪਾਤਸ਼ਾਹ ਕਹਿੰਦੇ 10ਵੇਂ ਜਾਮੇ 'ਚ ਕਰਾਂਗੇ। ਤੇ ਫਿਰ ਗੁਰੂ ਪਾਤਸ਼ਾਹ ਜੀ ਅੱਗੇ ਚਲੇ ਗਏ, ਆਪਣੀਆਂ ਯਾਤਰਾਵਾਂ ਕਰਦੇ ਰਹੇ। ਉਸ ਤੋਂ ਬਾਅਦ ਸਮਾਂ ਆਇਆ ਤੇ 6ਵੇਂ ਪਾਤਸ਼ਾਹ ਜੀ ਆਏ ਨਥਾਣੇ, ਗੁਰਸਰ ਮਹਾਰਾਜ ਜਿੱਥੇ ਉਹਨਾਂ ਨੇ ਜੰਗ ਕੀਤਾ ਲੱਲਾ ਬੇਗ ਦੇ ਨਾਲ। ਇਹਨੂੰ ਪਤਾ ਲੱਗਿਆ ਵੀ ਬਾਬੇ ਨਾਨਕ ਦਾ 6ਵਾਂ ਗੁਰੂ ਜਿਹੜਾ ਇੱਥੇ ਆਇਆ, ਤੇ ਫਿਰ ਇਹ ਹਾਜੀ ਰਤਨ ਉੱਥੇ ਮਿਲਣ ਵਾਸਤੇ ਗਿਆ। ਉਹਨਾਂ ਦੇ ਦਰਸ਼ਨ ਕੀਤੇ, ਬੇਨਤੀ ਕੀਤੀ ਮਹਾਰਾਜ ਸਾਡੀ ਵੀ ਮੁਕਤੀ ਕਰ ਦਿਓ, ਹੁਣ ਤਾਂ ਬਹੁਤ ਲੰਮਾ ਸਮਾਂ ਹੋ ਗਿਆ। ਤੇ ਕਿਉਂਕਿ ਜੋਤ ਉਹਾ ਜੁਗਤ ਸਾਹਿ ਸਹਿਕਾਇਆ ਫਿਰ ਪਲਟੀ ਹੈ। ਜਿਹੜੀਆਂ ਬਾਬੇ ਨਾਨਕ ਦੇ ਜਾਮੇ 'ਚ ਗੱਲਾਂ ਕੀਤੀਆਂ ਉਹ 10ਵੇਂ ਜਾਮੇ ਨੂੰ ਵੀ ਪਤਾ ਹੈ, ਕਹੋ ਸਤਨਾਮ, ਵਿਚਾਲੇ ਵੀ ਪਤਾ ਹੈ। ਤੇ 6ਵੇਂ ਪਾਤਸ਼ਾਹ ਕਹਿੰਦੇ ਫਕਰਾ ਉੱਥੇ ਹੀ ਚੱਲ, ਤੇਰੇ ਆਸਣ 'ਤੇ ਅਸੀਂ ਤੈਨੂੰ ਉੱਥੇ ਹੀ ਮਿਲਾਂਗੇ। ਤੇ ਫਿਰ ਵਾਪਸ ਇੱਥੇ ਆ ਗਿਆ। ਤੇ ਫਿਰ ਗੁਰੂ ਸਾਹਿਬ ਦਮਦਮਾ ਸਾਹਿਬ ਤਲਵੰਡੀ ਆਏ ਤੇ ਉਹ ਪੁਰਾਣਾ ਬਚਨ ਇਹ ਵੀ ਯਾਦ ਸੀ ਕਿ ਹਾਜੀ ਰਤਨ ਦਾ ਉਧਾਰ ਕਰਨਾ ਹੈ। ਤੇ ਦੂਸਰਾ ਵਜੀਦੇ ਦੀ ਚਿੱਠੀ ਆ ਗਈ ਸੀ ਡੱਲੇ ਕੋਲੇ ਕਿ ਮੈਨੂੰ ਪਤਾ ਲੱਗਿਆ ਗੁਰੂ ਗੋਬਿੰਦ ਸਿੰਘ ਤੇਰੇ ਕੋਲੇ ਹੈ, ਸਾਡੇ ਹਵਾਲੇ ਕਰ ਦੇ। ਡੱਲੇ ਨੇ ਜਵਾਬ ਲਿਖਤਾ ਕਿ ਗੁਰੂ ਨੂੰ ਹਵਾਲੇ ਨਹੀਂ ਕਰਾਂਗੇ, ਅਸੀਂ ਤੇਰੇ ਨਾਲ ਜੰਗ ਕਰ ਸਕਦੇ ਹਾਂ। ਤਾਂ ਉਸ ਤੋਂ ਬਾਅਦ ਪਾਤਸ਼ਾਹ ਨੇ ਸ਼ਾਇਦ ਇਹ ਵੀ ਖਿਆਲ ਕੀਤਾ ਹੋਵੇ ਕਿ ਬਠਿੰਡੇ ਵਾਲਾ ਕਿਲ੍ਹਾ ਦੇਖਦੇ ਹਾਂ, ਜੇ ਲੋੜ ਪਈ ਤਾਂ ਫਿਰ ਉਸ ਬਠਿੰਡੇ ਵਾਲੇ ਕਿਲ੍ਹੇ ਵਿੱਚ ਜੰਗ ਕਰਾਂਗੇ, ਪਰ ਫਿਰ ਜੰਗ ਦੀ ਲੋੜ ਨਹੀਂ ਪਈ। ਹਾਜੀ ਰਤਨ ਦਾ ਉਧਾਰ ਵੀ ਕੀਤਾ ਮੇਰੇ ਪ੍ਰੀਤਮ ਜੀ ਨੇ ਇੱਥੇ 10ਵੇਂ ਪਾਤਸ਼ਾਹ ਜੀ ਨੇ। ਤਾਂ ਅਗਲੇ ਦਿਨ ਕਹਿੰਦੇ ਇੱਥੋਂ ਚਾਲੇ ਪਾਉਂਦੇ ਹਨ, ਘੋੜਿਆਂ 'ਤੇ ਕਾਠੀ ਪਾਈ, ਕੁਝ ਪਿੰਡਾਂ ਤੈਅ ਕਰਦੇ ਹੋਏ ਅੱਗੇ ਇੱਕ ਪਿੰਡ ਆਇਆ ਸੰਮੀ ਨਾਮ ਦਾ। ਤੈ ਕੀ ਨਰਨ ਆਏ ਕਰ ਜੋਰੇ, ਜਥਾ ਸਕਤਰ ਅਗਰ ਕੋਰੇ। ਤੋ ਸੰਮੀ ਪਿੰਡ ਦੇ ਗੁਰੂ ਪਿਆਰਿਓ ਲੋਕਾਂ ਨੇ ਆ ਕਰਕੇ ਮੱਥਾ ਟੇਕਿਆ, ਨਮਸਕਾਰ ਕੀਤੀ, ਭੇਟ ਕੀਤੇ ਹੈ। ਦਰਸ਼ਨ ਕਰ ਪਦ ਬੰਦਤ ਸਾਰੇ, ਦੁਗਧ ਤਦੀ ਲੈ ਧਰਿਓ ਅਗਾਰੇ। ਔਰ ਆਪਣੇ ਘਰੋਂ ਜੋ ਮੌਕੇ ਦੀ ਭੇਟਾ ਸੀ, ਦੁੱਧ ਦੀਆਂ ਘੜੇ, ਦਹੀਂ ਦੇ ਘੜੇ ਲੈ ਕਰਕੇ ਸਤਿਗੁਰਾਂ ਦੇ ਹਜ਼ੂਰ ਭੇਟ ਕੀਤਾ ਜੀ। ਤ੍ਰਿਣ ਦਾਨਾ ਕੋਰਨ ਕੋ ਦੀਨਾ, ਰਸਤ ਪਚਾਈ ਦੇਗ ਸੋਕੀਨਾ। ਔਰ ਸੰਮੀ ਪਿੰਡ ਦੇ ਲੋਕਾਂ ਨੇ ਫਿਰ ਸਤਿਗੁਰਾਂ ਦੇ ਘੋੜਿਆਂ ਦੇ ਲਈ ਘਾਹ ਦਾਣਾ ਵੀ ਲਿਆਂਦਾ ਔਰ ਲੰਗਰ ਦੇ ਲਈ ਰਾਸ਼ਨ ਵੀ ਲੈ ਕੇ ਆਂਦਾ। ਸੁਪਤ ਜਥਾ ਸੁਖ ਰਾਤ ਬਿਤਾਹੀ, ਪ੍ਰਾਤ ਪਏ ਚੜ ਕੇ ਸੁਖਦਾਈ। ਔਰ ਫਿਰ ਇੱਥੋਂ ਸਤਿਗੁਰਾਂ ਨੇ ਰਾਤ ਕੱਟੀ ਆ ਸੰਮੀ ਨਗਰ ਦੇ ਵਿੱਚ। ਤੇ ਇੱਥੋਂ ਫਿਰ ਅਗਲੇ ਦਿਨ ਚਾਲੇ ਪਾਉਂਦੇ ਹਨ। ਆਨ ਦਮ ਦਮੇ ਕਿਨਸ ਡੇਰਾ, ਡੰਡਾ ਮਿਲਿਓ ਆਨ ਤਿਸ ਬੇਰਾ। ਔਰ ਕਈ ਦਿਨਾਂ ਦੇ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਜੀ ਵਾਪਸ ਜਾਂਦੇ ਹਨ ਦਮਦਮਾ ਸਾਹਿਬ ਤਲਵੰਡੀ। ਡੱਲੇ ਨੂੰ ਪਤਾ ਲੱਗਿਆ ਪਾਤਸ਼ਾਹ ਵਾਪਸ ਆ ਗਏ ਤੇ ਆ ਕੇ ਮਿਲਣਾ ਕਰਦਾ ਹੈ। ਬੰਦਨ ਕਰੀ ਚਰਨ ਅਰਬਿੰਦ, ਬੈਠ ਨਿਕਟ ਤੈ ਨਰ ਮਿਲ ਬ੍ਰਿੰਦ। ਔਰ ਸਤਿਗੁਰਾਂ ਦੇ ਹਜ਼ੂਰ ਆ ਕੇ ਡੱਲੇ ਨੇ ਨਮਸਕਾਰ ਕੀਤੀ, ਵੰਦਨਾ ਕੀਤੀ, ਮੱਥਾ ਟੇਕਦਾ ਹੈ। ਦਿਆਲ ਦਾਸ ਸੰਕਟਾ ਪਰ ਜੋਏ, ਸੰਗ ਲਿਓ ਫਿਰ ਲਿਆਇਓ ਸੋਏ। ਔਰ ਜਿਹੜਾ ਦਿਆਲ ਦਾਸ ਜਦੋਂ ਉਧਰ ਦੀ ਆਏ ਸੀ ਦਮਦਮਿਓ ਭੁੱਚੋ ਭਾਗੂ ਹੁੰਦੇ ਹੋਏ, ਭੁੱਚੋ ਵਾਲਾ ਦਿਆਲ ਦਾਸ
ਇਹਨੇ ਲੰਗਰ ਤਿਆਰ ਕੀਤਾ ਸੀ, ਪਾਤਸ਼ਾਹ ਨੇ ਨਹੀਂ ਛਕਿਆ, ਨਹੀਂ ਸਿੰਘਾਂ ਨੂੰ ਛਕਾਇਆ। ਤਾਂ ਭਾਈ ਰਾਮ ਸਿੰਘ ਕਹਿਣ ਲੱਗਿਆ ਵੀ ਤੂੰ ਗੱਡੇ ਤੇ ਲੱਦ ਲਾ, ਜਿੱਥੇ ਪਾਤਸ਼ਾਹ ਖੁਸ਼ ਹੋਏ ਉੱਥੇ ਛਕਾ ਦੇਣਗੇ ਆਪੇ, ਮਿਹਨਤਾਂ ਕਰਨੀਆਂ ਪੈਣਗੀਆਂ। ਤੂੰ ਪਾਤਸ਼ਾਹ ਨੂੰ ਗੁੱਸੇ ਕਰ ਲਿਆ, ਉਹਨਾਂ ਦੀ ਦਾਤ ਅਮਰ ਦੀ ਪ੍ਰਾਪਤ ਨਹੀਂ ਕੀਤੀ ਉਹਨਾਂ ਤੋਂ। ਤਾਂ ਉਹਨੇ ਬਣਿਆ ਹੋਇਆ ਲੰਗਰ ਗੱਡੇ ਤੇ ਲੱਦ ਲਿਆ ਤੇ ਉਹ ਗੱਡਾ ਮਗਰ ਮਗਰ ਲਈ ਫਿਰਦਾ ਸੀ। ਰਾਮ ਸਿੰਘ ਤਬ ਅਰਜ ਬਖਾਨੀ, ਬਖਸ਼ੋ ਪ੍ਰਭੂ ਆਪਣਾ ਜਾਨੀ। ਔਰ ਫਿਰ ਰਾਮ ਸਿੰਘ ਨੇ ਕਹਿੰਦੇ ਅਰਦਾਸ ਬੇਨਤੀ ਕੀਤੀ, ਮਹਾਰਾਜ ਆਪਣਾ ਜਾਣ ਕੇ ਮਾਫ ਕਰ ਦਿਓ ਦਿਆਲ ਦਾਸ ਨੂੰ। ਆਦ ਤਿਹਾਵਨ ਅਦਕ ਹਾਰਾ, ਲੀਏ ਬਠਿੰਡੇ ਸਕਟ ਪਦਾਰਾ। ਮਹਾਰਾਜ ਜੀ ਉਹ ਕੜਾਹ ਪ੍ਰਸ਼ਾਦ ਤੇ ਹੋਰ ਲੰਗਰ ਤਿਆਰ ਕਰਕੇ ਗੱਡੇ ਤੇ ਲੱਦੀ ਫਿਰਦਾ, ਬਠਿੰਡੇ ਆਇਆ ਸੀ ਮਗਰੇ। ਦਿਆਲ ਦਾਸ ਤਬ ਚਰਨੀ ਪਰਿਓ, ਹੱਥ ਜੋੜ ਕਰ ਆਗੇ ਥਿਰਿਓ। ਔਰ ਦਿਆਲ ਦਾਸ ਨੇ ਸਤਿਗੁਰਾਂ ਦੇ ਹਜੂਰ ਆ ਕੇ ਮੱਥਾ ਟੇਕਿਆ ਸੀ। ਦੇਖ ਕਿਰਪਾਲ ਕਿਹੋ ਤਿਰਥੀ ਹੋ, ਭਗਤੂ ਕੁਲ ਮਸੰਦਹਿ ਪਿਓ। ਤੇ ਪਾਤਸ਼ਾਹ ਵੇਖ ਕੇ ਕਹਿਣ ਲੱਗੇ ਇਹ ਭਗਤੂ ਕਾ ਮਸੰਦ ਆ ਗਿਆ। ਹਮ ਬਖਸ਼ੋ ਤੇ ਹੋ ਵਰਤਾਹੇ, ਪਈ ਅਰਦਾਸ ਗੁਰੂ ਅਗਵਾਏ। ਚੱਲ ਕਹਿੰਦੇ ਮਾਫ ਕਰ ਦਿੰਨੇ ਆ, ਭਗਤੂ ਕਾ ਪੁੱਤਰ ਹੈ, ਭਗਤੂ ਕਾ ਮਸੰਦ ਹੈ, ਮਾਫ ਕਰ ਦਿੰਨੇ ਆ, ਲੰਗਰ ਵਰਤਾ ਦਿਓ ਸੰਗਤ ਨੂੰ। ਜਬ ਦੇਖਿਓ ਭੋਜਨ ਕੋ ਜਾਹੇ, ਪਰੀ ਕਿਰਮ ਜਿਸ ਮੈਂ ਸਮਦਾਏ। ਹੁਣ ਕਈ ਦਿਨ ਟੱਪ ਕੇ ਚਲਦੇ ਚਲਦੇ ਲੰਗਰ ਨੂੰ, ਤੇ ਲੰਗਰ ਦੇ ਵਿੱਚੋਂ ਕਹਿੰਦੇ ਖਾਣ ਜੋਗ ਨਾ ਦਿਖਾਈ ਦਿੱਤਾ। ਆਨ ਗੁਰੂ ਟਿਕ ਅਰਜ ਸੁਨਾਈ, ਖੈਬੇ ਲਾਇਕ ਨਹੀਂ ਗੁਸਾਈ। ਔਰ ਆ ਕੇ ਕਹਿਣ ਲੱਗੇ ਮਹਾਰਾਜ ਜੀ ਲੰਗਰ ਤਾਂ ਖਰਾਬ ਹੋ ਗਿਆ, ਖਾਣ ਜੋਗ ਨਹੀਂ ਰਿਹਾ। ਬੀਤੇ ਦਿਵਸ ਬਹੁ ਕਿਰਮ ਪਰੇ ਹੈ, ਫਿਰਿਓ ਸੰਗ ਵਿੱਚ ਸੰਕਟ ਧਰੇ ਹੈ। ਔਰ ਲੰਗਰ ਗੱਡੇ ਵਿੱਚ ਲੱਦ ਕੇ ਮਗਰ ਮਗਰ ਲਈ ਫਿਰਦਾ ਰਿਹਾ। ਹੁਣ ਤਾਂ ਲੰਗਰ ਵਿੱਚ ਕਹਿੰਦੇ ਖਾਣ ਦੇ ਕੰਮ ਦਾ ਨਹੀਂ ਰਿਹਾ, ਕਿਰਮ ਕੀੜੇ ਵੀ ਪੈ ਗਏ। ਸੁਨ ਪ੍ਰਭ ਕਹਿਓ ਹਮੇ ਦਿਖ ਰਾਹੋ, ਪੀਛੇ ਤੀਸਾ ਮੈਂ ਵਰਤਾਹੋ। ਪਾਤਸ਼ਾਹ ਕਹਿੰਦੇ ਪਹਿਲਾਂ ਮੈਨੂੰ ਲਿਆ ਕੇ ਦਿਖਾਓ ਕਿਹੋ ਜਿਹਾ, ਫਿਰ ਵਰਤਾਇਓ। ਤੱਕ ਲਿਆਓ ਗੁਰੂ ਅਕਾਰੀ, ਲੈ ਜਹਾਤਨ ਗੁਲ ਕਾ ਧਾਰੀ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਕੋਲ ਉਹ ਲਾਪਾ ਕੇ ਥਾਲ ਵਿੱਚ ਲੈ ਕੇ ਆਏ, ਤੇ ਸਤਿਗੁਰ ਨੇ ਆਪਣੇ ਹੱਥ ਉੱਤੇ ਗੋਲਾ ਵੱਟ ਕੇ ਦੇਖਿਆ। ਕਰਤਲ ਪਰੀ ਬੱਟੀ ਗੁਰ ਕਰੀ, ਦੇਗ ਭਗਤ ਕੀ ਪੂਰਨ ਭਰੀ। ਔਰ ਹੱਥ ਵਿੱਚ ਫੜ ਕੇ ਉਸ ਦਾ ਗੋਲਾ ਬਣਾ ਲਿਆ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਇਹ ਭਗਤੂ ਦਾ ਲੰਗਰ ਹੈ, ਪੂਰਨ ਹੈ। ਪੁਨ ਪਰਤਾਵਨ ਹਾਰ ਨਿਹਾਰਾ, ਸੁਧ ਹਾਰ ਪਿਓ ਇੱਕ ਬਾਰਾ। ਔਰ ਜਦੋਂ ਦੁਬਾਰਾ ਜਾ ਕੇ ਲੰਗਰ ਨੂੰ ਦੇਖਿਆ ਤੇ ਉਸ ਲੰਗਰ ਦੇ ਵਿੱਚ ਉਹੀ ਖੁਸ਼ਬੂਆਂ ਆਉਣ ਲੱਗ ਪਈਆਂ। ਕਹਿੰਦੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ, ਉਹ ਖਾਣ ਯੋਗ ਹੋ ਗਿਆ ਪਹਿਲਾਂ ਦੀ ਤਰ੍ਹਾਂ। ਇਹ ਕਮਾਲ ਦੀ ਗੱਲ ਹੈ। ਇਹ ਗੁਰੂ ਦੇ ਹੱਥ ਵਿੱਚ ਬੜੀ ਪਾਵਰ ਹੈ, ਬੜੀ ਤਾਕਤ ਹੈ। ਕਸ਼ਮੀਰ ਦੇ ਵਿੱਚ ਗੁਰੂ ਪਿਆਰਿਓ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਗਏ, ਤੇ ਰਸਤੇ ਵਿੱਚ ਨਾ ਇੱਕ ਸਿੱਖ ਨੇ ਸਰਾਂ ਬਣਾਈ ਸੀ ਆਉਂਦੀ ਜਾਂਦੀ ਸੰਗਤਾਂ ਦੇ ਆਰਾਮ ਵਾਸਤੇ, ਲੰਗਰ ਵਾਸਤੇ। ਤੇ ਇਧਰੋਂ ਕਿਤੇ ਸੰਗਤ ਗਈ ਸਤਿਗੁਰਾਂ ਨੂੰ ਮਿਲਣ ਵਾਸਤੇ, ਤੇ ਜਾਂਦੇ ਹੋਏ ਉਹ ਸਰਾਂ ਵਿੱਚ ਰੁਕੀ। ਤੇ ਸਰਾਂ ਵਿੱਚ ਰੁਕੇ ਤੇ ਉਹਨਾਂ ਕੋਲ ਇੱਕ ਮਟਕਾ ਸੀਗਾ, ਤੇ ਮਟਕੇ ਤੇ ਪੌਣਾ ਕੱਪੜਾ ਬੰਨਿਆ ਹੋਇਆ ਸੀ। ਤੇ ਤੜਕੇ ਰਾਤ ਕੱਟ ਕੇ ਸੰਗਤ ਤੁਰਨ ਲੱਗੀ ਉਹ ਸਰਾਂ ਦੇ ਵਿੱਚੋਂ। ਤੇ ਸਰਾਂ ਵਾਲਾ ਮਾਲਕ ਜਿਹੜਾ ਗੁਰੂ ਕਾ ਅਨੰਨ ਪਿਆਰਾ ਸਿੱਖ ਸੀ, ਤੇ ਗੁਰੂ ਪਿਆਰਿਓ ਉਹ ਕਹਿਣ ਲੱਗਿਆ ਵੀ ਮਟਕੇ 'ਚ ਕੀ ਹੈ? ਕਹਿੰਦਾ ਮਟਕੇ 'ਚ ਤਾਂ ਸ਼ਹਿਦ ਆ, ਛੋਟੀ ਮੱਖੀ ਦਾ, ਇਹ ਗੁਰੂ ਸਾਹਿਬ ਵਾਸਤੇ ਲੈ ਕੇ ਚੱਲੇ ਆ। ਤਾਂ ਉਹ ਕਹਿੰਦਾ ਥੋੜ੍ਹਾ ਜਿਹਾ ਮੈਨੂੰ ਦੇ ਦਿਓ ਯਾਰ, ਖੰਘ ਲੱਗੀ ਆ। ਉਹ ਕਹਿੰਦੇ ਨਾ ਨਾ, ਪਹਿਲਾਂ ਭੋਗ ਲਵਾਉਣਾ ਬਾਬਿਆਂ ਨੂੰ, ਕਹੋ ਸਤਿਨਾਮ ਸ੍ਰੀ ਵਾਹਿਗੁਰੂ। ਚਲੋ ਖੈਰ ਖਿਆਲ ਠੀਕ ਵੀ ਹੈ, ਪਰ ਪਤਾ ਨਹੀਂ ਸਤਿਗੁਰੂ ਕਿਹੜੀਆਂ ਗੱਲਾਂ 'ਤੇ ਰਾਜੀ ਆ। ਕਹਿੰਦੇ ਜਿਸ ਵੇਲੇ ਉਹ ਸ਼ਹਿਦ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਕਸ਼ਮੀਰ ਪਹੁੰਚੇ, ਮੱਥਾ ਟੇਕਿਆ, ਨਮਸਕਾਰ ਕੀਤੀ। ਔਰ ਪਾਤਸ਼ਾਹ ਕਹਿੰਦੇ ਆ ਕੀ ਲਿਆਇਓ ਮਟਕੇ 'ਚ ਭਾਈ? ਕਹਿੰਦੇ ਜੀ ਛੋਟੀ ਮੱਖੀ ਦਾ ਸ਼ਹਿਦ ਇਕੱਠਾ ਕੀਤਾ, ਉਹ ਤੁਹਾਡੇ ਵਾਸਤੇ ਲੈ ਕੇ ਆਏ ਆ। ਕਹਿੰਦੇ ਅੱਛਾ ਖੋਲੋ। ਤਾਂ ਜਦ ਪੌਣਾ ਖੋਲ੍ਹਿਆ ਉਹਦੇ ਵਿੱਚ ਵੀ ਕੀੜੇ ਫਿਰਨ, ਕਹੋ ਸਤਿਨਾਮ। ਉਹ ਕਹਿੰਦੇ ਯਾਰ ਸ਼ਹਿਦ ਤਾਂ 100 ਸਾਲ ਤੱਕ ਨਹੀਂ ਖਰਾਬ ਹੋਇਆ ਕਰਦਾ, ਇਹ ਕੀੜੇ 'ਚ ਕਿਵੇਂ ਬਣ ਗਏ? ਪਾਤਸ਼ਾਹ ਕਹਿੰਦੇ ਜਦੋਂ ਮੈਂ ਮੰਗਿਆ ਸੀ ਉਦੋਂ ਮੈਨੂੰ ਦਿੱਤਾ ਨਹੀਂ, ਤੇ ਹੁਣ ਮੇਰੇ ਮਗਰ ਮਗਰ ਲਈ ਫਿਰਦੇ ਹੋ। ਕਹਿੰਦੇ ਤੁਸੀਂ ਕਦੋਂ ਮੰਗ ਲਿਆ? ਇਦੋਂ ਪਹਿਲਾਂ। ਕਹਿੰਦੇ ਉਹ ਸਰਾਂ ਵਾਲੇ ਸਿੱਖ ਨੇ ਮੰਗਿਆ ਸੀ ਨਾ ਵੀ ਚਮਚਕ ਦੇ ਦਿਓ, ਮੈਨੂੰ ਖੰਘ ਜੀ ਲੱਗੀ ਆ। ਕਹਿੰਦੇ ਹਾਂ ਜੀ। ਕਹਿੰਦੇ ਜਾਓ ਪਹਿਲਾਂ ਉਹਨੂੰ ਖਵਾ ਕੇ ਆਓ, ਮੈਂ ਫੇਰ ਖਾਊਂਗਾ। ਸਤਿਗੁਰ ਨੂੰ ਆਪਣੀ ਵਡਿਆਈ ਭਾਵਦੀ, ਗੁਰਸਿੱਖਾਂ ਕੀ ਜੈਕਾਰ ਕਰਾਵੇ। ਇਹਦਾ ਪੌਣਾ ਬੰਨ ਲਓ, ਉਸੇ ਤਰ੍ਹਾਂ ਲੈ ਕੇ ਜਾਓ ਉੱਥੇ। ਤੇ ਜਦੋਂ ਉੱਥੇ ਵਾਪਸ ਸਰਾਂ ਦੇ ਵਿੱਚ ਲੈ ਕੇ ਆ ਕੇ ਪੌਣਾ ਖੋਲ੍ਹਿਆ,
ਉਹ ਸ਼ਾਇਦ ਸਹੀ ਸਲਾਮਤ ਹੋ ਗਿਆ। ਕਹਿੰਦੇ ਭਰਾਵਾ ਗੁਰੂ ਸਾਹਿਬ ਨੇ ਭੇਜਿਆ ਪਹਿਲਾਂ ਤੋਂ ਕੱਢ ਲਾ ਆਪਦੇ ਵਾਸਤੇ, ਫਿਰ ਅਸੀਂ ਉੱਥੇ ਲੈ ਕੇ ਜਾਣਾ। ਤੂੰ ਇਸ ਕਰਕੇ ਗੁਰੂ ਦੀ ਮੌਜ। ਫਿਰ ਕਹਿੰਦੇ ਲੰਗਰ ਠੀਕ ਹੋ ਗਿਆ, ਸੰਗਤਾਂ ਨੂੰ ਵਰਤਾਉਣਾ ਕੀਤਾ ਜੀ। ਪੁਨ ਵਰਤਾਵਨ ਹਾਰ ਨਿਹਾਰਾ, ਸੁਧ ਹਾਰ ਪਿਓ ਇੱਕ ਬਾਰਾ। ਫਿਰ ਲੰਗਰ ਹਾਰੀ ਲਾਂਗਰੀਆਂ ਨੇ ਵੇਖਿਆ ਵੀ ਉਹੀ ਪ੍ਰਸ਼ਾਦ, ਉਹੀ ਲੰਗਰ ਜਿਹੜਾ ਹੈ ਸਹੀ ਸਲਾਮਤ ਹੋ ਗਿਆ ਹੈ। ਸਿੰਘਨ ਮੈਂ ਲਾਗਿਓ ਵਰਤਾਵਨ, ਬਹੁ ਕਰਾਹੇ ਦੇ ਕਿਰਤ ਰਪਤਾਵਨ। ਇਸ ਤਰ੍ਹਾਂ ਸਾਰਿਆਂ ਨੂੰ ਫਿਰ ਉਹ ਕੜਾ ਜਿਹੜਾ ਹੈ ਛਕਾਉਣਾ ਕੀਤਾ। ਪਿਓ ਰੋਰ ਤਬ ਲੂਟ ਮਚਾਹੀ, ਪਰਿਓ ਖਾਲਸਾ ਲੈ ਲੇਤਾਈ। ਔਰ ਹੁਣ ਤਾਂ ਸਾਰਿਆਂ ਨੂੰ ਕਹਿਦਾ, ਕਹਿੰਦੇ ਆਪੇ ਹੀ ਲੈ ਲਓ ਜਿਹੜਾ ਜਿਹਨੇ ਵੱਧ ਖਾਣਾ ਹੈ। ਤੇ ਕਹਿੰਦੇ ਕੜਾਹਿਆਂ ਵਿੱਚੋਂ ਲੈਣ ਲੱਗੇ। ਆਪੇ ਆਪ ਸਗਰ ਲੈ ਗਏ, ਸਤਿਗੁਰ ਹੀਰ ਹੀਰ ਬਿਗਸਏ। ਸਤਿਗੁਰੂ ਉਹਨਾਂ ਨੂੰ ਵੇਖ ਵੇਖ ਹੱਸੀ ਜਾਂਦੇ ਆ ਵੀ ਇਸ ਕੜਾ ਪ੍ਰਸ਼ਾਦ ਨੂੰ ਕਿਵੇਂ ਸਿੱਕ ਟੁੱਟ ਕੇ ਪੈਂਦੇ ਆ, ਤੇ ਹੋਰ ਅਸੀਂ ਖਾਣਾ ਵੀ ਕੀ ਆ। ਕੋ ਸਤਿਨਾਮ। ਸਤਿਗੁਰ ਦਿੱਤੀ ਦਾਤ ਹੈ, ਸਭ ਤੋਂ ਪੌਸ਼ਟਿਕ ਖੁਰਾਕ ਹੈ ਕੜਾ ਪ੍ਰਸ਼ਾਦ। ਸਤਿਗੁਰੂ ਦੂਰ ਬੈਠੇ ਖੜੇ ਦੇਖ ਰਹੇ ਹਨ, ਤੇ ਸਿੰਘ ਜਿਹੜੇ ਹੁਣ ਕੜਾਹਿਆਂ ਦੇ ਵਿੱਚੋਂ ਆਪੇ ਹੀ ਛਕ ਰਹੇ ਐ। ਇਤਕ ਦੇਰ ਪੀਛੇ ਸਿਖਿਆ ਹੈ, ਹੁਤੋ ਪੰਜ ਦਸ ਨੇ ਕਿਛ ਖਾਏ। ਪਰ ਉਹ ਕੁਝ ਸਮੇਂ ਤੋਂ ਬਾਅਦ 5 ਸਿੰਘ 10 ਸਿੰਘ ਹੋਰ ਸੀ, ਕਹਿੰਦੇ ਉਹਨਾਂ ਨੇ ਉਹਦੇ ਵਿੱਚੋਂ ਕੁਝ ਨਾ ਛਕਿਆ। ਇੱਕ ਗੁਰ ਕਹਿਓ ਜਾਹੋ ਇਸ ਕਾਲਾ, ਦਿਆਲ ਦਾਸ ਕੋ ਗਹਿ ਲਿਓ ਪਾਲਾ। ਔਰ ਫਿਰ ਪਾਤਸ਼ਾਹ ਨੂੰ ਕਹਿੰਦੇ ਜਾਓ ਭਾਈ ਦਿਆਲ ਦਾਸ ਦਾ ਪੱਲਾ ਫੜ ਲਓ। ਗਏ ਕਹੇ ਦਿਓ ਦੇਗ ਹਮਾਰੀ, ਗੋਰੇ ਸੁਤ ਤਬ ਛਾਪ ਉਤਾਰੇ। ਔਰ ਕਿਉਂਕਿ ਕੜਾ ਪ੍ਰਸ਼ਾਦ ਸ਼ਾਇਦ ਵਰਤ ਗਿਆ ਸਾਰਾ ਹੈ ਨਹੀਂ, ਤੇ ਉਹਨਾਂ ਨੂੰ ਮਿਲਿਆ ਨਹੀਂ 10 ਜਣਿਆਂ ਨੂੰ। ਪਾਤਸ਼ਾਹ ਕਹਿੰਦੇ ਜਾਓ ਦਿਆਲ ਦਾਸ ਦਾ ਪੱਲਾ ਫੜ ਲਓ, ਉਹਨੂੰ ਕਹੋ ਵੀ ਲਿਆ ਸਾਨੂੰ ਵੀ ਦੇ ਭੋਜਨ ਛਕਣ ਨੂੰ। ਇਹਨੇ ਜਾ ਕੇ ਮੰਗਿਆ, ਤੇ ਗੌਰੇ ਦਾ ਪੁੱਤਰ ਹੈ ਦਿਆਲ ਦਾਸ, ਉਹਨੇ ਆਪਣੀ ਉਂਗਲੀ ਵਿੱਚੋਂ ਮੁੰਦਰੀ ਲਾਹੀ ਆ। ਦਿਲ ਕੋ ਦੇ ਮੋਲ ਲੇਖਾਵੋ, ਦੇਗ ਬਿਕੇ ਕੁਛ ਭੰਗ ਨਾ ਪਾਹੋ। ਕੋਈ ਨਹੀਂ ਆ ਲਓ, ਫਿਰ ਜੇ ਇੱਥੇ ਹੈ ਨਹੀਂ ਤਾਂ ਲੰਗਰ ਤਾਂ ਟੋਟੀ ਵਰਤੂਗਾ, ਮੁੰਦਰੀ ਵੇਚ ਕੇ ਛਕਿਆ। ਕੋ ਸਤਨਾਮ। ਇਸ ਕਰਕੇ ਉਹਨਾਂ ਨੂੰ ਆਪਣੀ ਮੁੰਦਰੀ ਲਾ ਕੇ ਦੇ ਦਿੱਤੀ ਹੈ। ਇੱਕ ਤੁਰੰਗਮ ਇੱਕ ਦੁਸ਼ਾਲਾ, ਦਿਆਲ ਦਾਸ ਦੀਨਤ ਸਿਕਾਲਾ। ਔਰ ਦਿਆਲ ਦਾਸ ਨੇ ਸਤਿਗੁਰਾਂ ਦੇ ਲਈ ਜਿਹੜੀ ਭੇਟ ਲਿਆਂਦੀ ਸੀ, ਫਿਰ ਇੱਕ ਘੋੜਾ ਤੇ ਇੱਕ ਦੁਸ਼ਾਲਾ ਸਤਿਗੁਰਾਂ ਨੂੰ ਭੇਟ ਕੀਤਾ। ਬਖਸ਼ ਮਿਲਾਇਓ ਸੰਗਤ ਮਾਹੀ, ਰਹਿਓ ਸੰਗ ਸੇਵਾ ਕਰ ਪਾਹੀ। ਇਉਂ ਸਤਿਗੁਰਾਂ ਨੇ ਉਸ ਨੂੰ ਮਾਫ ਕਰਕੇ ਦੁਬਾਰਾ ਚਰਨੀ ਲਾ ਲਿਆ ਹੈ। ਕਰ ਨਰ ਦਰਸ਼ਨ ਸਦਨ ਸਿਦਾਰੇ, ਖਾਨ ਪਾਨ ਸੈਨਾ ਕਰ ਸਾਰੇ। ਇਸ ਤਰ੍ਹਾਂ ਸਭ ਨੇ ਦਰਸ਼ਨ ਕੀਤੇ, ਭੋਜਨ ਪ੍ਰਸ਼ਾਦਾ ਛਕਿਆ, ਆਪੋ ਆਪਣੇ ਘਰਾਂ ਨੂੰ ਗਏ ਹਨ। ਫਿਰ ਹੈ ਵਕੀਤਕ ਦਿਵਸ ਬਿਤਾਏ, ਪੂਰੇ ਕਾਮ ਸਿੱਖ ਸੰਗਤ ਆਏ। ਔਰ ਸਤਿਗੁਰਾਂ ਨੇ ਉੱਥੇ ਬੈਠ ਕਰਕੇ ਫਿਰ ਕਈ ਦਿਨ ਬਿਤਾਉਣੇ ਕੀਤੇ। ਸਿੱਖ ਸੰਗਤਾਂ ਨੇ ਦਰਸ਼ਨ ਕੀਤੇ, ਕਾਮਨਾ ਇਛਾਵਾਂ ਪੂਰੀਆਂ ਹੋਈਆਂ ਜੀ। ਇੱਕ ਦਿਨ ਡਲੇ ਕੋ ਲੈ ਸੰਗ, ਹਿਤਾ ਖੇਰ ਕੇ ਚੜੇ ਤੁਰੰਗ। ਅਗਲੀ ਸਾਖੀ ਚੱਲਦੀ ਹੈ, ਕਹਿੰਦੇ ਇੱਕ ਦਿਨ ਸਤਿਗੁਰੂ ਪਾਤਸ਼ਾਹ ਭਾਈ ਡੱਲੇ ਨੂੰ ਨਾਲ ਲੈ ਕੇ ਸ਼ਿਕਾਰ ਨੂੰ ਗਏ ਹਨ। ਗਏ ਦੂਰ ਮ੍ਰਿਗ ਦੇਖਿਓ ਜਬੈ, ਸਰਖਰ ਚੋਰ ਸਿੰਘਾਰਿਓ ਤਬੈ। ਸਤਿਗੁਰਾਂ ਨੇ ਇੱਕ ਮਿਰਗ ਦੇਖਿਆ ਤੇ ਤੀਰ ਛੱਡਿਆ, ਸ਼ਿਕਾਰ ਕਰਤਾ। ਭਾਰਤ ਸ਼੍ਰੀ ਮੁਖ ਤੇ ਬੋ ਹਸੇ, ਉਸਟ ਬੀਚ ਸਦਨ ਦੁਤ ਲਸੇ। ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਨੂੰ ਮਰਦਾ ਵੇਖ ਕੇ ਬਹੁਤ ਹੱਸੇ, ਮੁਖ ਵਿੱਚੋਂ ਚਿੱਟੇ ਦੰਦ ਦਿਖਾਈ ਦਿੰਦੇ ਹਨ। ਇੱਕ ਡੱਲੇ ਕਰ ਜੋਰ ਲਾਏ, ਇਸ ਕੋ ਹੱਥ ਕਰ ਕਿਉਂ ਬਿਗਸਾਏ। ਡੱਲਾ ਕਹਿੰਦਾ ਜੀ ਇਹਨੂੰ ਮਾਰ ਕੇ ਹੱਸੇ ਕਿਉਂ ਤੁਸੀਂ? ਏ ਗੁਰ ਸਿੱਖ ਗੁਰ ਕੀ ਖਜ਼ਾਨਾ, ਰਿਓ ਚੁਰਾਵਤ ਦਰਬ ਮਹਾਨਾ। ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਖਜ਼ਾਨੇ ਦੀ ਚੋਰੀ ਕਰਦਾ ਰਿਹਾ। ਇਹ ਖਜ਼ਾਨੇ ਚੋਰੀ ਜਿਵੇਂ ਮਸੰਦ ਜਿਹੜੇ ਹੁੰਦੇ ਸੀਗੇ, ਉਹ ਕੁੰਡੀ ਲਾ ਲੈਂਦੇ ਸੀ, ਕਹਿੰਦੇ ਇਹੋ ਜਿਹਾ ਸਾਡਾ ਇਹ ਸਿੱਖ ਸੀ, ਖਜ਼ਾਨਾ ਚੋਰੀ ਕਰਦਾ ਰਿਹਾ। ਆਦਿਕ ਖਰਾਬ ਕਰਿਓ ਪਰ ਖਾਇਓ, ਤਿਸ ਅਗ ਤੇ ਮ੍ਰਿਗ ਤਨ ਪਾਇਓ। ਔਰ ਬਹੁਤਾ ਖਰਾਬ ਕਰਦਾ ਸੀ, ਥੋੜਾ ਖਾਂਦਾ ਸੀ, ਇਸ ਕਰਕੇ ਮਿਰਗ ਬਣ ਗਿਆ। ਫਿਰ ਸੁਨ ਡੱਲਾ ਬੈਰਾਰ ਵਿਚਾਰਾ, ਲੇ ਪਰ ਅੰਸ ਕਿਸੇ ਪ੍ਰਕਾਰਾ। ਔਰ ਇਸ ਤਰ੍ਹਾਂ ਡੱਲੇ ਨੇ ਤੇ ਬਰਾੜਾ ਨੇ ਸੋਚਿਆ ਵੀ ਗੁਰੂ ਘਰ ਦਾ ਕਿਸੇ ਤਰ੍ਹਾਂ ਦਾ ਅੰਸ਼ ਮਾਤਰ ਵੀ ਇਸ ਕੋ ਆਮਕ ਕਾਟਿਓ ਜਾਏ, ਇਨ ਕੁਠੇਰੀ ਤੇ ਅਰਤਾਏ। ਇਹ ਮਿਰਗ ਨੇ ਗੁਰੂ ਘਰ ਦਾ ਜਿਹੜਾ ਹੈ ਚੋਰੀ ਕਰਕੇ ਮਾਲ ਖਾਧਾ ਹੈ, ਹੁਣ ਇਹਦਾ ਮਾਸ ਖਾਣਗੇ ਸਿੰਘ।
ਇਸੇ ਤਰ੍ਹਾਂ ਸਿੱਖੋ, ਜੇ ਗੁਰੂ ਘਰ ਦੀ ਇਸ ਤਰ੍ਹਾਂ ਦਾ ਚੜਾਵਾ ਜਾਂ ਅੰਸ਼ ਜਿਹੜਾ ਖਾਵੇਗਾ ਉਹਨੂੰ ਉਹਦਾ ਬਦਲਾ ਮਾਸ ਦੇਣਾ ਪਵੇਗਾ। ਜੇ ਨਰ ਪਰ ਕੀ ਅੰਸ਼ ਚੁਰਾਵੈ ਕੇ ਬਲ ਤੇ ਚੀਨੇ ਹਰ ਖਾਵੈ। ਇੱਕ ਜਾਨਵਰ ਨੂੰ ਕਹਿੰਦੇ ਆਪਣਾ ਮਾਸ ਦੇ ਕੇ ਆਪਣਾ ਭਲਾ ਕਰਾਉਣਾ ਪਿਆ, ਤੇ ਜੇ ਬੰਦਾ ਕਿਸੇ ਦੀ ਪਰਾਈ ਚੀਜ਼ ਨੂੰ ਚੁਰਾ ਕੇ ਖਾਂਦਾ ਤੇ ਉਹਦਾ ਕੀ ਹਾਲ ਹੋਊਗਾ। ਮ੍ਰਿਗ ਬੱਕਰੇ ਆਦਿਕ ਤਨ ਧਰੈ ਲੀਨ ਹਾਰ ਤਿਨ ਭਖਣ ਕਰੈ। ਉਹ ਇਹਨਾਂ ਟੇਢੀਆਂ ਜੂਨਾਂ ਵਿੱਚ ਜਾਵੇਗਾ ਤੇ ਫਿਰ ਜਿਨ੍ਹਾਂ ਦਾ ਖਾਧਾ ਹੈ ਉਹ ਉਹਦਾ ਮਾਸ ਖਾ ਕੇ ਬਰਾਬਰ ਕਰਨਗੇ। ਕਹੋ ਸਤਨਾਮ ਸ੍ਰੀ। ਫਿਰ ਕਹਿੰਦੇ ਬਰਾਬਰ ਕਰਨਗੇ। ਇਸ ਤਰ੍ਹਾਂ ਸੁਆਮੀ ਅੰਸ ਚੁਰਾਵੋ ਜੇ ਇਸੇ ਦਸ਼ਾ ਦੁਖ ਪਾਵੋ ਤੇ। ਜਿਹੜਾ ਮਾਲਕ ਦੀ ਚੋਰੀ ਕਰਦਾ ਹੈ ਉਸ ਨੂੰ ਇਸੇ ਤਰ੍ਹਾਂ ਦੁੱਖ ਭੋਗਣੇ ਪੈਂਦੇ ਨੇ। ਹਮ ਤਬ ਬਰਜ ਰਹਿਓ ਨੇ ਮਾਨਿਓ ਯਾਤੇ ਹਸੇ ਬ੍ਰਿਤੰਤ ਸੋ ਜਾਣਿਓ। ਉਦੋਂ ਬਥੇਰਾ ਸਮਝਾਇਆ ਸੀ ਵੀ ਤੂੰ ਚੋਰੀ ਨਾ ਕਰਿਆ ਕਰ, ਨਹੀਂ ਮੰਨਿਆ, ਤਾਈਆਂ ਤਾਂ ਹੁਣ ਹੱਸਦੇ ਸੀ ਇਹਨੂੰ ਦੇਖ ਕੇ। ਜਿਮ ਕੈ ਦੂਰ ਦਮਾ ਮੇ ਰਹਿਓ ਪਹੁੰਚਨ ਸਮਾਨਾ ਮਨ ਮੇ ਰਹਿਓ। ਤੋ ਦਮਦਮਾ ਅੱਜ ਦੂਰ ਸੀਗਾ, ਹਨੇਰਾ ਪੈ ਗਿਆ। ਪਾਤਸ਼ਾਹ ਕਹਿੰਦੇ ਇੱਥੇ ਹੀ ਰਾਤ ਕੱਟ ਲੈਂਦੇ ਆ, ਜਿੱਥੇ ਸ਼ਿਕਾਰ ਖੇਡਣ ਗਏ ਨਾ ਤਾਂ ਉੱਥੇ ਰੁਕ ਗਏ ਹਨ। ਅਗਲੇ ਦਿਨ ਉੱਥੋਂ ਚੱਲਦੇ ਆ। ਇਹ ਆਪਾਂ ਕੱਲ ਨੂੰ ਵਿਚਾਰਾਂ ਸਰਵਣ ਕਰਾਂਗੇ। ਸਮਾਂ ਸਮਾਪਤੀ ਤੇ ਆ, ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अविनाश हे पूरन हे सर्व मैं पंजन गुणतास। हे संगी हे निरंकार हे निर्गुण सब टेक। हे गोविंद हे गुण निधान जाके सदा विवेक। हे अपरंपर हर हरे हो बनहार। हे संत कै सदा संग आधार। हे ठाकुर हों दासरो निर्गुण गुण नहीं कोई। नानक दीजै नाम दान कोई परोए। आए प्रभ शरणागति कृपा निध दयाल। एक अखर हर मन बसत होत निहाल। एक ओंकार सतगुरु प्रसाद सच होए। वाहिगुरु जी की फतेह है। विनाशन सोए। वाहिगुरु जी की फतेह है। विनाशन सोए। वाहिगुरु जी का खालसा वाहिगुरु जी की फतेह। बहुत बहुत धन्यवाद ਸਰਬੱਤ ਸੰਗਤਾਂ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ। ਗੁਰੂ ਜੀ ਸਰਵਣ ਕੀਤਾ। ਪਾਤਸ਼ਾਹ ਖੁਸ਼ੇ ਬਖਸ਼ਣ। ਆਓ ਕੀਰਤਨ ਸਰਵਣ ਕਰੀਏ ਜੀ। ਮਿਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿ